ਅੱਛਾ ਮੈਂ ਗੱਲ ਕਰ ਰਿਹਾ ਸੀ ਅਗਰ ਇਹਦੀ ਇਹ ਚੀਜ਼ ਪਾਕਿਸਤਾਨ ਮਤਲਬ ਜਾ ਕੇ ਕਿਸੇ ਥਾਣੇ ਵਗੈਰਾ 'ਚ ਦਿੱਤੀ ਜਾਏ ਤੇ ਕੁਝ ਹੋ ਸਕਦਾ ਹੈ? ਇਹਦੀ ਰਿਕਾਰਡਿੰਗ ਵਗੈਰਾ ਜਾਂ ਉਹ ਉੱਥੇ ਕਿਹੜਾ ਤੇ ਐਸਾ ਤੁਸੀਂ ਐਫ ਆਈ ਡਿਪਾਰਟਮੈਂਟ ਆਰ ਹੈ ਕਿ ਕਰਨਾ, ਜੇ ਜਿੱਥੇ ਜਾ ਕਰਨਾ ਕੇ ਸਾਬਕ ਕਰਾਮ ਜਿਹੜਾ ਨਾ, ਐਫ ਆਈ ਆਰ ਸਾਬਕ ਕਰਾਮ ਸਿੰਘ ਜਿਹੜਾ ਜੀ ਐਫ ਜੀ ਆਈ ਆਰ ਦਾ, ਉਹ ਤੁਸੀਂ ਇੱਥੇ ਕਰਨਾ ਹੈ। ਲੇਕਿਨ ਉਹ ਕੀ ਕਰਨਗੇ, ਉਹ ਰਿਪੋਰਟ ਦਰਜ ਕਰ ਲੈਣਗੇ, ਬੰਦਾ ਬਾਹਰ ਰਹਿੰਦਾ ਹੈ, ਉਹਨਾਂ ਨੂੰ ਕੁਝ ਵੀ ਨਹੀਂ ਕਰਨਾ ਨਾ, ਕਿਉਂਕਿ ਪਿੱਛੇ ਉੱਥੇ ਪਾਕਿਸਤਾਨ ਥੋੜ੍ਹਾ ਜਿਹਾ ਹੈ ਕਿ ਪਿੱਛੇ ਦੌੜਨਾ ਪੈਂਦਾ ਹੈ। ਉਹ ਫਿਰ ਪਤਾ ਜਿੱਕਣ ਦੀ ਸਾਡੇ ਉੱਥੇ ਦਾ ਨਿਜ਼ਾਮ ਹੈ। ਲੇਕਿਨ ਜਿਹੜੇ ਦੁਬਈ ਵਾਲੇ ਨੇ ਨਾ, ਉਹ ਡਾਇਰੈਕਟ ਜਾਵੇ ਤਾਂ ਉਹਨਾਂ ਨੂੰ ਪਾਕਿਸਤਾਨ ਦੀ ਜ਼ਰੂਰਤ ਹੀ ਨਹੀਂ ਹੈ। ਜੇਕਰ ਅਮਰ ਭਾਈ ਦੱਸ ਰਹੇ ਨੇ ਨਾ, ਇਹ ਇੱਕ ਬੰਦਾ ਹੋਵੇ, ਅਗਰ ਸਾਡੀ ਸਪੋਰਟ ਚਾਹੀਦੀ ਹੈ, ਕੋਈ ਵਕੀਲ ਦੇ ਪੈਸੇ ਚਾਹੀਦੇ ਨੇ, ਅਸੀਂ ਸਾਰੇ ਰਲ ਕੇ ਪੈਸੇ ਭੇਜ ਸਕਦੇ ਹਾਂ। ਬੰਦਾ ਉੱਤੇ ਪੈਰਾਂ ਦੇ ਭਾਰ ਪਾਵੇ, ਉਹ ਵਕੀਲ ਕਰੇ, ਜੇਕਰ ਉਹ ਬਕਾਇਦਾ ਇਹਨਾਂ ਅਦਾਰਿਆਂ 'ਚ ਜਾਵੇ, ਰਿਪੋਰਟ ਕਰੇ, ਇਹ ਕੰਟੈਂਟ ਉਹਨਾਂ ਨੂੰ ਦਿਖਾਇਆ ਜਾਏ, ਅਤੇ ਉਹ ਇੱਕ ਬਕਾਇਦਾ ਫਿਰ ਗੌਰਮੈਂਟ ਤੌਰ 'ਤੇ ਐਕਸ਼ਨ ਲੈਣ। ਕੋਈ ਮਸਲਾ ਨਹੀਂ, ਅਸੀਂ ਇੱਥੋਂ ਉਹਦੀ ਸਪੋਰਟ ਵੀ ਕਰਨੇ ਨੂੰ ਤਿਆਰ ਹੈ ਇਕੋਨਮੀ ਤੌਰ 'ਤੇ। ਜਿਤਨੇ ਕੋਈ ਪੈਸੇ ਅਗਰ ਮੈਂ ਦੇਣੇ ਨੂੰ ਤਿਆਰ ਹਾਂ, ਅਗਰ ਕਿਸੇ ਨੇ ਕੋਈ ਵਕੀਲ ਕਰਨਾ ਹੈ ਮੈਨੂੰ ਦੱਸੋ, ਮੈਂ ਉਹਨੂੰ ਇੱਥੋਂ ਜ਼ਰੂਰ ਵੀ ਭੇਜਣ ਨੂੰ ਤਿਆਰ ਹਾਂ। ਲੇਕਿਨ ਜ਼ਾਹਿਰ ਹੈ ਹੁਣ ਅਸੀਂ ਇੱਥੇ ਬਹਿ ਕੇ ਤਾਂ ਕੁਝ ਨਹੀਂ ਕਰ ਸਕਦੇ। ਦੁਬਈ 'ਚ ਬੰਦਾ ਬਹਿ ਕੇ ਜਿਹੜਾ ਉਹ ਕਰ ਸਕਦਾ, ਉਹ ਬਕਾਇਦਾ ਅਗਰ ਉਹ ਸਹੀ ਥੋੜ੍ਹਾ ਜਿਹਾ ਜ਼ਹੀਨ ਹੋਣਾ ਚਾਹੀਦਾ। ਖਾਲਦ ਭਾਈ ਆ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ। ਮੈਂ ਵੀ ਨਾ ਇਹ ਚੀਜ਼ ਨੋਟ ਕਰ ਰਿਹਾ ਸਾਂ ਕਿ 2-3 ਦਿਨ ਤੋਂ ਆਮਰ ਭਾਈ ਬੜੇ ਖਾਮੋਸ਼ ਹੋ ਗਏ ਨੇ, ਤੇ ਵਾਕਈ ਇਨਸਾਨ ਬਹਸੀਅਤ ਇਨਸਾਨ ਕਦੀ ਨਾ ਕਦੀ ਤੇ ਇਨਸਾਨ ਹੀ ਨੇ। ਉਹ ਵੀ ਉਹਨਾਂ ਨੂੰ ਵੀ ਤੇ ਹੁੰਦਾ ਨਾ ਕਿ ਯਾਰ ਮੇਰੇ ਆਪਣੇ ਭਰਾ ਹੀ ਇਸ ਤਰ੍ਹਾਂ ਕਰ ਰਹੇ ਨੇ। ਮੇਰਾ ਖਿਆਲ ਇਹਨਾਂ ਨੂੰ ਨਹੀਂ ਕਰਨੀ ਚਾਹੀਦੀ, ਕਿਉਂਕਿ ਉਹ YouTube ਤੇ ਯਾਰ ਟਿਕਟੋਕ ਤੇ ਇਬਰਾਹਿਮ ਹਜ਼ਾਰਾਂ ਭਾਈ, ਮੈਂ ਤੁਹਾਨੂੰ ਗੱਲ ਦੱਸਾਂ, ਅਗਰ ਇੱਕ ਦੀ ਹਜ਼ਾਰੋਂ ਗੱਲ ਹੈ ਨਾ, ਲੋਕ ਛੋਟੀ ਜੀ ਐਸੇ ਨੇ। ਸਾਰੇ ਹੀ ਬੰਦੇ ਇਬਰਾਹਿਮ ਭਾਈ, ਆਪਣੀ ਆਪਣੀ ਰਾਏ ਦੇ ਰਹੇ ਨਾ। ਇੱਕ ਮਿੰਟ ਠਹਿਰ। ਇਬਰਾਹਿਮ ਭਾਈ, ਮੈਂ ਤਾਂ ਕਾਫੀ ਮੇਰੀ ਦੇਰ ਗੱਲ ਤੋਂ ਥੱਲੇ ਖਤਮ ਬਹਿ ਨਹੀਂ ਕੇ ਹੋਈ ਸੁਣ ਰਿਹਾ ਖਾਲਦ ਸਾਂ, ਸਾਹਿਬ, ਚਲੋ ਤੁਸੀਂ ਕਰ ਅਤੇ ਲਓ ਸਾਰਿਆਂ ਭਾਈਆਂ ਦੀ ਗੱਲ ਵੀ ਸੁਣੀ ਹੈ। ਅਸਲੀ ਗੱਲ ਵਿਚਲੀ ਜਿਹੜੀ ਹੈ ਨਾ, ਉਹ ਬਾਹਰ ਨਹੀਂ ਕਰਦੇ ਬੰਦੇ ਉੱਤੋਂ ਕੁਝ ਕਰਦੇ ਨੇ, ਵਿੱਚੋਂ ਅੰਦਰੋਂ ਕੁਝ ਹੁੰਦੇ ਨੇ। ਇਹ ਸਾਰਾ ਮਸਲਕ ਇਤਬਾਰ ਨਾਲ ਹੋ ਰਿਹਾ ਹੈ। ਅਮਰ ਭਾਈ ਨਿਸ਼ਾਨਾ ਨੇ ਮਸਲਕ ਇਤਬਾਰ ਨਾਲ ਇਹਨਾਂ ਦੀ ਜ਼ਾਤ ਨੂੰ, ਦੂਜੇ ਵੀ ਬੜੇ ਹੋਰ ਲੋਕ ਹੈ ਨੇ ਜਿਹੜੇ ਕੰਮ ਕਰ ਰਹੇ ਨੇ, ਲੇਕਿਨ ਕਿਉਂਕਿ ਅਕਸਰੀਅਤ ਵਿੱਚ ਅਸੀਂ ਨਹੀਂ ਹਾਂ, ਸਾਡੇ ਮਸਲਕ ਦੇ ਲੋਕ ਅਕਸਰੀਅਤ ਨਹੀਂ। ਇਹ ਜਿਹੜੇ ਨੇ ਨਾ ਦੂਸਰੇ, ਮੈਂ ਇਹਨਾਂ ਨੂੰ ਬੜਾ ਸੁਣਿਆ ਮੈਂ, ਔਰ ਹਕੀਕਤ 'ਚ ਇਹ ਮੁਨਾਫਕਤ ਕਰਦੇ ਨੇ। ਲੇਕਿਨ ਕੋਈ ਨਹੀਂ ਆਮਰ ਭਾਈ, ਤੁਸੀਂ ਆਪਣੀ ਛੱਡੋ ਕੋਈ ਛੱਡ ਨਹੀਂ, ਕੇ ਆਏ ਹੋ, ਖਤਮ ਨਬੂਵਤ ਜਜ਼ਬੇ ਨਾਲ ਆਏ ਹੋ, ਮਸਲਕ ਦਾ ਕੋਈ ਤਲਕ ਨਹੀਂ ਖਾਲਦ ਜੀ ਭਾਈ। ਬੜਾ ਫਰਕ ਹੈ ਜੇ, ਤੁਸੀਂ ਬੜੇ ਛੱਡ ਕਰਦੇ ਦਿਓ, ਜੇ, ਚਲੋ ਛੱਡੋ, ਉਹ ਕਰਦੇ ਨੇ। ਛੱਡ ਦਿਓ। ਲੇਕਿਨ ਚਲੋ ਛੱਡੋ ਉਹਨੂੰ ਉਸ ਗੱਲ ਅਸਲ ਨੂੰ। ਵਾਲਾ ਲੇਕਿਨ ਗੱਲ ਕੋਈ ਕਰਨ ਦਾ ਜਿੱਥੇ ਮਕਸਦ ਇਹ ਸੀ। ਮੁਖਾਲਫਤ ਕਰਨੇ ਵਾਲੇ ਨੇ, ਉੱਥੇ ਸਪੋਰਟ ਵੀ ਕਰਨੇ ਵਾਲੇ ਹਨ ਨੇ, ਅਤੇ ਵਾਰੇ ਗੱਲ ਸਹੀ ਹੈ, ਬੰਦਾ ਡਿਸਾਰਟ ਹੋ ਜਾਂਦਾ ਹੈ। ਅਗਰ ਫੈਮਿਲੀ ਨੂੰ ਕਿਸੇ ਦੀਆਂ ਗਾਲਾਂ ਕੱਢੀਆਂ ਜਾਣ, ਇਨਸਾਨ ਕਦੋਂ ਤੱਕ ਬਰਦਾਸ਼ਤ ਕਰਦਾ ਹੈ? ਕਿਸੇ ਦੀ ਮਾਂ ਨੂੰ, ਕਿਸੇ ਦੀ ਭੈਣ ਨੂੰ, ਕਿਸੇ ਦੇ ਬਾਪ ਨੂੰ ਨਿਸ਼ਾਨਾ ਬਣਾਇਆ ਜਾਏ, ਉਹਦੀ ਫੈਮਿਲੀ ਨੂੰ ਨਿਸ਼ਾਨਾ ਬਣਾਇਆ ਜਾਏ, ਤਾਂ ਕਿਆ ਉਹ ਇਨਸਾਨ ਹੈ? ਕਿਆ ਉਹਦੇ ਜਜ਼ਬਾਤ ਨਹੀਂ ਹਨ? ਤਾਂ ਠੀਕ ਹੈ, ਅਮਰ ਭਾਈ ਦੇ ਬਹੁਤ ਜ਼ਿਆਦਾ ਉਹ ਸਹੀ ਨੇ। ਲੱਖਾਂ ਅਫਰਾਦ ਐਸੇ ਨੇ, ਹਜ਼ਾਰਾਂ ਲੱਖਾਂ ਅਫਰਾਦ ਐਸੇ ਨੇ ਜਿਨ੍ਹਾਂ ਦੇ ਅਲਫਾਜ਼ ਦੀ ਤਰਜਮਾਨੀ ਅਮਰ ਨਜ਼ੀਰ ਭਾਈ ਕਰਦੇ ਨੇ ਪਏ। ਹਰ ਇਨਸਾਨ ਕੋਲ ਇਹ ਇੱਕ ਸਪੀਕਿੰਗ ਪਾਵਰ ਨਹੀਂ ਹੁੰਦੀ ਕਿ ਟੂ ਦੀ ਪੁਆਇੰਟ ਗੱਲ ਕਰ ਸਕੇ। ਹਰ ਇਨਸਾਨ 'ਚ ਖਸੂਸੀਅਤ ਨਹੀਂ ਹੁੰਦੀ, ਅਮਰ ਨਜ਼ੀਰ ਭਾਈ 'ਚ ਹੈ। ਇਹ ਮੇਰੀ ਹਿੰਮਤ, ਮੈਂ ਕਹਾਂ ਨਾ ਮੇਰੀ ਹਿੰਮਤ, ਔਰ ਮੇਰੇ ਜੈਸੇ ਹੋਰ ਕਈ ਭਾਈ ਐਸੇ ਨੇ, ਉਹਨਾਂ ਦੀ ਹਿੰਮਤ ਅਮਰ ਨਜ਼ੀਰ ਨੇ। ਅਮਰ ਨਜ਼ੀਰ ਭਾਈ ਦੀ ਹਿੰਮਤ ਮੈਂ ਨਹੀਂ ਹਾਂ, ਲੇਕਿਨ ਮੇਰੀ ਹਿੰਮਤ ਅਮਰ ਨਜ਼ੀਰ ਭਾਈ ਨੇ। ਔਰ ਇਹਨਾਂ ਨੂੰ ਚਾਹੀਦਾ ਕਿ ਇਸ ਤਰ੍ਹਾਂ ਦੇ ਮਾਮਲਾਤ ਜਿਹੜੇ ਨੇ ਇਗਨੋਰ ਕਰਨ। ਬੱਬਰ ਸ਼ੇਰ ਦਾ ਕੰਮ ਹੀ ਨਹੀਂ ਹੈ ਡਰਨਾ। ਇਹ ਬੱਬਰ ਸ਼ੇਰ ਨੇ, ਔਰ ਖਾਲਿਸਤਨ ਅੱਲਾ ਦੀ ਖਾਤਰ ਇਹ ਕਰ ਰਹੇ ਨੇ। ਔਰ ਜਦੋਂ ਇਨਸਾਨ ਅੱਲਾ ਦੀ ਖਾਤਰ ਕਰਦਾ ਹੁੰਦਾ ਹੈ, ਮਤਲਬ ਕੰਮ ਕਰ ਰਿਹਾ ਹੁੰਦਾ, ਤਾਂ ਰਸਤੇ 'ਚ 100 ਰੁਕਾਵਟਾਂ ਹੁੰਦੀਆਂ ਨੇ। ਕੋਈ ਗੱਲ ਨਹੀਂ, ਲੋਕਾਂ ਦਾ ਤਾਂ ਕੰਮ ਹੈ, ਕਰਨ ਦਿਓ, ਤੁਸੀਂ ਡਟੇ ਰਹੋ। ਐਨ ਇੱਕ ਨਹੀਂ, ਕਈ ਲੋਕ ਐਸੇ ਨੇ ਜਿਹੜੇ ਤੁਹਾਡੇ ਨਾਲ ਨੇ, ਬਿਲਕੁਲ ਤੁਹਾਡੀ ਹਾਂ 'ਚ ਹਾਂ ਮਿਲਾਉਂਦੇ ਨੇ। ਤੁਸੀਂ ਬਿਲਕੁਲ ਨਹੀਂ ਘਬਰਾਉਣਾ। ਤੁਸੀਂ ਜੋ ਕੋਈ ਵੀ ਬਕਵਾਸ ਕਰਦਾ ਉਹਨੂੰ ਕਰਨ ਦਿਓ, ਇਗਨੋਰ ਕਰੋ, ਹਿੰਮਤ ਨਹੀਂ ਕਰਨੀ। ਭਾਈ ਰੋਜ਼ੇ ਆ ਰਹੇ ਨੇ, ਬ੍ਰੇਕ ਆ ਰਹੀ ਤੁਹਾਡੀ ਕੋਈ ਨਹੀਂ ਆ ਰਹੀ, ਬ੍ਰੇਕ ਆ ਰਹੀ ਬਿਨਾ ਭਾਈ ਇਹਨਾਂ ਦੀ।
ਨਹੀਂ ਬ੍ਰੇਕ ਬਰੂਕ ਕੋਈ ਨਹੀਂ ਲੈਣੀ ਹੈ ਨਾ, ਅੱਲਾ ਨੇ ਨੂੰ ਸਿਹਤ ਨਹੀਂ ਰਮਜ਼ਾਨ ਚੋਂ ਕੇ ਵੀ ਬ੍ਰੇਕ ਲੈਂਦੇ ਨੇ, ਰਮਜ਼ਾਨ 'ਚ ਬ੍ਰੇਕ ਲਵੋ ਉਹਨਾਂ ਨਹੀਂ ਉਹ ਤੇ ਪਿਛਲੀ ਦਫਾ ਤੇ ਪਾਕਿਸਤਾਨ ਆਏ ਸਨ ਨਾ, ਤਾਂ ਇਹਨਾਂ ਬ੍ਰੇਕ ਲਈ ਸੀ। ਪਾਕਿਸਤਾਨ ਹੋਣ ਜਾਂ ਇਟਲੀ ਹੋਣ ਜਿੱਥੇ ਵੀ ਆਨੇ ਰਮਜ਼ਾਨ 'ਚ ਬ੍ਰੇਕ ਲਵੋ, ਆਰਾਮ ਨਾਲ ਅੱਲਾ ਅੱਲਾ ਕਰੋ, ਛੱਡੋ ਇਹਨਾਂ ਕੁੱਤਿਆਂ ਬਿੱਲੀਆਂ ਨੂੰ। ਤੇ ਰਮਜ਼ਾਨ ਤੋਂ ਬਾਅਦ ਫਰੈਸ਼ ਹੋ ਕੇ ਟੈਂਕੀ 'ਚ ਨਵਾਂ ਤੇਲ ਪਾਣੀ ਪਵਾ ਕੇ ਤੇ ਇਨਸ਼ਾਅੱਲਾ ਫਿਰ ਦੁਬਾਰਾ ਆਵੋ। ਤੇ ਕੋਈ ਗੱਲ ਨਹੀਂ, ਇਹ ਨਾ ਦੇਖੋ ਕਿ ਤੁਹਾਡੇ ਮੁਖਾਲਫ ਕਿਤਨੇ ਨੇ, ਵੀ ਦੇਖੋ ਤੁਹਾਡੇ ਨਾਲ ਮੁਹੱਬਤ ਕਰਨ ਵਾਲੇ ਕਿਤਨੇ ਨੇ, ਤੁਹਾਡੇ ਨਾਲ ਪਿਆਰ ਕਰਨ ਵਾਲੇ ਕਿਤਨੇ ਨੇ। ਤੁਸੀਂ ਕਈ ਵਾਰੀ ਉਸਦੇ ਨਾਲ ਸਮਝਾਉਂਦੇ ਵੀ ਆਓ, ਕਰਦੇ ਵੀ ਆਓ, ਤੁਹਾਡੀ ਇੱਜ਼ਤ ਕਰਨੇ ਆ, ਕਦੇ ਤੁਹਾਡੇ ਅੱਗੇ ਉਫ ਤੱਕ ਨਹੀਂ ਕੀਤੀ। ਕਿਉਂਕਿ ਅਸੀਂ ਤੁਹਾਨੂੰ ਇੱਕ ਆਪਣਾ ਮਜ਼ਹਬੀ ਰਾਹਨੁਮਾ ਮੰਨਦੇ ਹਾਂ। ਇਹ ਨਹੀਂ ਕਿ ਅਸੀਂ ਕੋਈ ਤੁਸੀਂ ਤੁਹਾਡੇ ਕੋਲ ਅਸੀਂ ਪੈਸੇ ਲੈਂਦੇ ਹਾਂ ਇੱਕ ਦੂਜੇ ਕੋਲ, ਨਹੀਂ। ਇੱਕ ਦੀਨੀ ਰਹਿਨੁਮਾ ਹੋ ਤੁਸੀਂ, ਸਾਡੀ ਰਹਿਨੁਮਾਈ ਕਰਦੇ ਹੋ। ਤੇ ਤੁਸੀਂ ਆਪਣੇ ਮੁਹੱਬਤ ਕਰਨ ਵਾਲਿਆਂ ਨੂੰ ਦੇਖੋ, ਤੇ ਨਫ਼ਰਤ ਕਰਨ ਵਾਲਿਆਂ ਕਰਦੀ ਰਹਿਣੇ ਨੇ, ਉਹ ਹਸਦ ਕਰਦੇ ਨੇ, ਬੁਗਜ਼ ਕਰਦੇ ਨੇ, ਤੇ ਕਰਦੇ ਰਹਿਣ ਦੋ ਨੇ। ਬਸ ਤੁਸੀਂ ਅੱਲਾ ਵਾਸਤੇ, ਅੱਲਾ ਦੇ ਰਸੂਲ ਵਾਸਤੇ ਕਰਨਾ। ਤੇ ਬਾਕੀ ਰਮਜ਼ਾਨ 'ਚ ਛੁੱਟੀ ਕਰੋ ਮੁਕੰਮਲ, ਅੱਲਾਹ ਤਾਲਾ ਤੁਹਾਡੀ ਮਦਦ ਕਰੇਗਾ ਇਨਸ਼ਾਅੱਲਾ। ਤੁਹਾਨੂੰ ਅੱਲਾ ਦੀ ਮਦਦ ਚਾਹੀਦੀ ਹੈ। ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਨੇ ਕਿਹਾ ਹੈ, ਅੱਲਾਹ ਤਾਲਾ ਨੇ ਕਿਹਾ ਆ ਕਿ ਮੈਨੂੰ ਅੱਲਾ ਹੀ ਕਾਫੀ ਹੈ। ਤੇ ਤੁਹਾਨੂੰ ਸਾਡੇ ਇਨਸਾਨਾਂ ਦੀ ਮਦਦ ਦੀ ਕੌਣ ਜ਼ਰੂਰਤ, ਤੁਹਾਨੂੰ ਅੱਲਾ ਹੀ ਕਾਫੀ ਹੈ, ਕਿਉਂਕਿ ਤੁਹਾਡੀ ਨੀਅਤ ਠੀਕ ਹੈ। ਜਿਸ ਇਨਸਾਨ ਦੀ ਨੀਅਤ ਸਾਫ਼ ਹੁੰਦੀ ਹੈ ਉਹਦੀ ਅੱਲਾ ਦੀ ਮਦਦ ਹੁੰਦੀ ਹੈ, ਉਹਨੂੰ ਪਤਾ ਵੀ ਨਹੀਂ ਲੱਗਦਾ ਮਦਦ ਕਿੱਥੋਂ ਆ ਜਾਂਦੀ ਹੈ। ਅੱਲਾਹ ਤਾਲਾ ਤੁਹਾਡੀ ਮਦਦ ਕਰੇਗਾ, ਤੁਹਾਨੂੰ ਇੱਕ ਐਨਰਜੀ ਦੇ, ਤੁਹਾਨੂੰ ਇੱਕ ਕਾਮਯਾਬ ਕਰੇ ਆਪਣੇ ਮਿਸ਼ਨ ਵਿੱਚ। ਔਰ ਬੜੇ ਕਾਮਯਾਬ ਹੋ ਤੁਸੀਂ, ਤੁਹਾਡੀ ਜ਼ਿੰਦਗੀ ਦਾ ਇੱਕ ਮਿਸ਼ਨ ਹੈ, ਉਹਦੇ ਤੁਸੀਂ ਕਾਮਯਾਬ ਹੋ। ਕਿਤਨੇ ਕਾਦੀਆਨੀ ਤੁਹਾਡੇ ਸਿਰਫ ਗੱਲਾਂ ਤੋਂ, ਤੁਹਾਡੀ ਤਬਲੀਗ ਤੋਂ ਮੁਸਲਮਾਨ ਹੋਏ ਨੇ। ਇਹ ਤੁਹਾਡੇ ਵਾਸਤੇ ਕਾਫੀ ਨਹੀਂ ਹੈ। ਗਾਲੀ ਬਾਜ਼ਾਂ ਦਫਾ ਕਰੋ। ਤੁਸੀਂ ਉਹ ਦੇਖੋ ਜਿਹੜਾ ਤੁਹਾਡੇ ਤੇ, ਜਿਹਨਾਂ ਤੁਹਾਡੇ ਤੇ ਮੁਤਾਸਰ ਹੋ ਕੇ ਮੁਸਲਮਾਨ ਹੋਏ ਨੇ। ਉਹ ਜਿਹੜਾ ਨਹੀਂ ਅਬਦੁਰ ਰਹਿਮਾਨ, ਉਹ ਬਕਾਇਦਾ ਤੁਹਾਡਾ ਨਾਂ ਲੈ ਰਿਹਾ ਸੀ, ਯਾਰ ਉਹ ਅਮਰ ਨਜ਼ੀਰ ਨੂੰ ਮੈਨੂੰ ਸਲਾਮ ਦਿਓ, ਅਮਰ ਨਜ਼ੀਰ ਨੂੰ ਮੇਰਾ ਪੈਗਾਮ ਦਿਓ। ਤਾਂ ਉਹਨੂੰ ਯਾਦ ਆ ਨਾ ਤੁਹਾਡੇ ਦਿਲ ਵਿੱਚ ਕਿਤਨੀ ਇੱਜ਼ਤ ਆਈ ਕਿ ਤੁਸੀਂ ਉਹਨੂੰ ਸਮਝਾਉਂਦੇ ਆਏ ਹੋ। ਅਤੇ ਤੁਹਾਡੇ ਵਾਸਤੇ ਇਹ ਕਾਫੀ ਹੈ ਅਮਰ ਭਾਈ। ਮੇਰਾ ਖਿਆਲ ਹੈ ਮੈਂ ਕੁਝ ਜ਼ਿਆਦਾ ਹੀ ਬੋਲ ਗਿਆ ਲੇਕਿਨ ਚਲੋ ਅੱਲਾਹ ਤਾਲਾ ਤੁਹਾਨੂੰ ਈਮਾਨ ਦੇ। ਜਜ਼ਬਾਤ 'ਚ ਆਏ ਹੋ ਇਸ ਲਈ ਬੋਲੋ। ਨਹੀਂ ਕਾਫੀ ਹੋ ਗਿਆ, ਕਾਫੀ ਹੋ ਗਿਆ। ਦੇਖੋ ਕੋਈ ਵੀ ਹੁਣ ਇਹਦੇ ਤੇ ਮੇਰੇ ਤੇ ਨਾ ਕੋਈ ਫਤਵਾ ਲਾ ਦੇ, ਕੋਈ ਵੀ ਆਲਮ दीन ਹੋਵੇ, ਲੇਕਿਨ ਇਹ ਜ਼ਰੂਰੀ ਨਹੀਂ ਕਿ ਕੋਈ ਸੇ ਆਲਮ दीन ਨੂੰ ਵੀ ਮਰਜ਼ਈਅਤ ਦੇ ਮੁਤਲਕ ਨੌਲੇਜ ਹੋਵੇ ਪੂਰਾ, ਇਹ ਕਿਤੇ ਜ਼ਰੂਰੀ ਨਹੀਂ ਹੈ। ਥੋੜੀ ਦੇਰ ਪਹਿਲੇ ਕੋਈ ਸਾਹਬ ਆਏ ਸਨ, ਅਜੀਬ ਗੱਲ ਉਹਨਾਂ ਕੀਤੀ, ਯਾਰ ਖੁਦਾ ਦਾ ਖੌਫ ਕਰੋ। ਮੈਂ ਤਾਂ ਥੱਲੇ ਬੈਠ ਕੇ ਸੋਚ ਰਿਹਾ ਸਾਂ, ਦੱਸੋ ਇਹਨਾਂ ਵੀ ਉਹੀ ਅਲਫਾਜ਼ ਇਸਤੇਮਾਲ ਕੀਤੇ ਨੇ ਜਿਹੜੇ ਕਿ ਦੂਸਰੇ ਲੋਕ ਇਸਤੇਮਾਲ ਕੀਤੇ ਨੇ, ਤੇ ਤੁਹਾਡੇ 'ਚ ਤੇ ਉਹਨਾਂ 'ਚ ਕੀ ਫਰਕ ਰਿਹਾ? ਤੁਸੀਂ ਬਹਿ ਕੇ ਕਰਾ ਰਹੇ ਹੋ, ਇਹ ਵੀ ਇਹੀ ਅਲਫਾਜ਼ ਉਹਨਾਂ ਦੇ ਸਨ। ਖੁਦਾ ਦਾ ਖੌਫ ਕਰੋ ਯਾਰ। नहीं इब्राहिम भाई वो है जो है ना, पहले जो आप लगे रहे ते जिस टाइम जवाब वापस ना लब्या ना ते फिर वो ता बोल उन्होंने आके मैं बोलना ਜੀ ਜੀ ਮੈਂ ਉਦੋਂ ਕਾਲ ਕੀਤੀ ਸੀ, ਜੀ ਕੀਤੀ ਸੀ ਮੇਰੀ ਚੁੱਕੀ ਦੀ, ਨਹੀਂ ਤਾਂ ਉਹਨਾਂ ਨੂੰ ਮੈਂ ਵੀ ਪੁੱਛਣਾ ਸੀ ਹਜ਼ੂਰ ਨੂੰ। ਕੈਸਰ ਭਾਈ ਹਵਾਲਾ ਹੀ ਸੁਣਾ ਦਿਓ, ਸਾਰੇ ਖਾਮੋਸ਼ ਹੋ ਗਏ ਨੇ, ਤੁਸੀਂ ਹਵਾਲਾ ਸੁਣਾ ਦਿਓ। ਯੂਸਫੀ ਸਾਹਿਬ मुझे लगता है सारे शुक्र हैं अमेरिका में शुरू हो जाओ। अब इन तमाम बातों से मेरा मतलब ये है मेरी मुराद ये है कि नबी को काटा हुआ समझा जाए, उसे मुद्दत कर लिया जाए और मेरी जान छोड़ दी जाए। जी वालेकुम अस्सलाम वरहमतुल्लाह। ਖਾਲਦ ਭਾਈ ਇੱਕ ਮਿੰਟ, ਇਹ ਜਿਹੜਾ ਤੁਸੀਂ ਦੱਸ ਰਹੇ ਹੋ ਮਲਕ ਸ਼ਾਰਜਾ ਵਿੱਚ ਰਹਿੰਦਾ ਹੈ, ਸ਼ਾਰਜਾ ਵਿੱਚ ਇਸਲਾਮੀ ਹਕੂਮਤ ਹੈ, ਉਹ ਸਭ 5 ਮਿੰਟ ਨਹੀਂ ਲੱਗਦੇ। ਤੁਸੀਂ ਸਿਰਫ ਮੈਨੂੰ ਪ੍ਰੂਫ ਭੇਜ ਦਿਓ ਇਸਦਾ। मैं कनाडा में बैठे था लेकिन मैं तो पैकेज का काम कर देगा, इसका काम हो जाएगा। ਤੁਸੀਂ ਸਿਰਫ ਮੈਨੂੰ ਪ੍ਰੂਫ ਦਿਓ, ਇਸਦੀ ਆਈਡੀ ਦਿਓ ਕਿ ਆਈਡੀ ਤੇ ਖੇਡ ਰਹੇ ਹੈ ਔਰ ਇਸਨੇ ਕੀ ਕੀਤੇ ਦਾ। 4-5 मतलब इसकी रिकॉर्डिंग भेज छोड़ो बस, वो ना फेस दो आईडियां ने ਜਿਹਦੇ ਕੋਲ दो आईडी ने पिक्चर खिंच के पिक्चर लैके
ਉਹ ਪ੍ਰੂਫ ਮੈਨੂੰ ਦੇ ਦਿਓ ਬਸ, ਦੇਖੋ ਅੱਗੇ ਇਸ ਦਾ ਕੰਮ। ਮੈਂ ਤੁਹਾਨੂੰ ਆਪਣਾ ਨੰਬਰ ਸੈਂਡ ਕਰਨਾ ਰਿਜ਼ਵਾਨ ਸਾਹਿਬ, ਮੈਂ ਨੰਬਰ ਜੀ, ਸੈਂਡ ਜੀ, ਕਰਨਾ, ਜੀ, ਹਰ ਜੀ, ਚੀਜ਼ ਮੈਂ ਪ੍ਰੋਵਾਈਡ ਕਰਨਾ ਤੁਹਾਨੂੰ। ਜੀ ਜੀ, ਇਹ ਸ਼ਾਰਜਾ में रहना, शारजा ਵਿੱਚ ਇਸਲਾਮੀ ਹਕੂਮਤ ਹੈ ਸਰ, ਕੀ ਗੱਲ ਕਰਦੇ ਹੋ ਪਏ? ਦੁਬਈ ਸ਼ੁਬਈ ਸਭ तो ਚੱਲਦਾ राय साहब बैठे ने इतने छोटो सारी गल्लां। राय साहब बैठे ने, राय साहब ਤੁਹਾਡੇ ਸੇ ਮੈਸੇਜ ਆਇਆ ਹੈ ਵਲੀਦ ਬਾਈ ਦਾ, ਫਟਾਫਟ ਜਾਓ ਜ਼ਿੰਬਾਰ ਦੀ ਬਰਾੜ ਤੇ। ਰਾय ਸਾਹਿਬ ਥੱਲੇ ਆਏ ਨੇ ਤੇ Turn ਸੁਣਨਾ। right onto Wakefield Crescent, then turn right onto Woburn Woods Lane. बस मैं इतना हुए ना, इसकी आईडी ने पिक्चर पे छोड़ो और एक दो रिकॉर्डिंग इसकी पे छोड़ो, बस दिस इज इनफ फॉर इस बंदे वास्ते। ਇਹ ਤੇ ਇਹ ਕਿਹੜੀ ਗੱਲ ਹੈ ਉਸ ਮੁਲਕ ਦੇ ਅੰਦਰ ਬਹਿ ਕੇ ਗਲਤ ਕੰਮ ਕਰਨ? ਇਹ ਬੜਾ ਉੱਥੇ ਮਤਲਬ ਕਿ ਬੈਠੇ ਆ, ਮਤਲਬ ਫਨੇ ਖਾਨ ਬਣੇ ਆ। ਅਸੀਂ ਤੇ ਇੱਥੇ ਬਾਹਰ ਹੀ ਬਹਿ ਕੇ ਇਸ ਦਾ ਕੰਮ ਉੱਥੇ ਮੈਂ ਪੱਕਾ ਪਾਸ਼ਾ। ਮੈਂ 35 ਸਾਲ ਦੁਬਈ ਰਿਹਾ ਸਰ, ਕੋਈ ਮਸਲਾ ਹੀ ਨਹੀਂ। ਆ ਫਿਰ ਤੁਸੀਂ ਤੇ ਉੱਥੇ ਸਭ ਕੁਝ ਜਾਣਦੇ ਹੋ ਨਾ। ਜੀ ਜੀ, ਕੋਈ ਮਸਲਾ ਨਹੀਂ, ਕੋਈ ਮਸਲਾ ਹੀ ਨਹੀਂ। ਤੁਸੀਂ ਇਹ ਤਾਂ ਕਰਨੀ ਇਸ ਤੇ ਚਲਾਣਾ ਸਿਰ। ਤੁਸੀਂ ਤੇ ਪ੍ਰੂਫ ਲਾਣੇ ਨੇ, ਈਮੇਲ ਕਰਨੀ ਹੈ ਬਸ। Take the next right onto Woburn Woods ਨਹੀਂ Lane. ਸਰ, ਅਸੀਂ ਸਿੱਧਾ ਦਫ਼ਤਰ ਵਿੱਚ ਬੰਦਾ ਭੇਜਾਂਗੇ, ਅਸਾਂ ਈਮੇਲ ਕਰਨ ਦੀ ਜ਼ਰੂਰਤ ਹੀ ਨਹੀਂ। ਲੋ ਜੀ ਇਬਰਾਹਿਮ ਸਾਹਿਬ, ਇਹਨਾਂ ਨਾਲ ਰਾਬਤਾ ਕਰੋ ਤੇ ਇਹਨਾਂ ਨੂੰ ਪ੍ਰੂਫ ਵਗੈਰਾ ਲੈ ਆਣੇ। ਰਿਜ਼ਵਾਨ ਸਾਹਿਬ ਚੈੱਕ ਕਰ ਲਓ, ਆਪਣਾ ਪਰਸਨਲ ਚੈੱਕ ਕਰੋ। ठीक है सर, नंबर मैं send ड्यूटी करता पे मैं सुना In था 200 बड़दों को है, meters, कोई turn मसला left मैं onto इससे पहले Guild भी Court. करना ਕੋਈ चाहता है। ਮਸਲਾ ਨਹੀਂ। बस मैं प्रूफ दे चलो ਜਦੋਂ ਵੀ बस। ਤੁਸੀਂ ਮੈਨੂੰ ਟੈਕਸਟ ਕਰੋਗੇ ਤੁਹਾਨੂੰ ਮਿਲ ਜੇਗੀ ਹਰ ਸ਼ੈ। ठीक है सर, ठीक है, अस्सलाम वालेकुम। ਵਾਲੇਕੁਮ ਸਲਾਮ। ਉਹ ਸ਼ੋਲੇ ਫਿਲਮ 'ਚ ਉਹ ਅੰਨਾ ਜਦੋਂ ਆਉਂਦਾ ਨਾ ਵਾਪਸ, ਤੇ ਉਹ ਆ ਕੇ ਕਹਿੰਦਾ ਕਿ ਇਤਨੀ ਖਾਮੋਸ਼ੀ ਕਿਉਂ ਆ ਭਾਈ। ਉਹੀ ਕੁਝ ਇਸ ਟਾਈਮ ਇਸ ਬਰਾੜ ਦਾ ਹਾਲ ਹੈ। ਇਹ ਸ਼ਾਇਦ ਸਾਰੇ ਬਿਜ਼ੀ ਹੋ ਗਏ ਨੇ। ਅਮਰੀਕਾ ਵਾਲੇ ਤੇ ਸੌਂ ਗਏ ਨੇ। ਤੇ ਅਮਰ ਸਾਹਿਬ ਤੇ ਆਪਣੀ ਬਰਾੜ ਨਹੀਂ ਤੇ ਸੌਂ ਜਾਗ ਗਏ। ਰਹੇ ਆ। ਮੈਨੂੰ ਫੋਨ ਆਇਆ ਸੀ ਕਿਸੇ ਦਾ ਤੇ ਅੱਛਾ ਫੋਨ ਆ ਗਿਆ। ਪਤਾ ਨਹੀਂ ਕੀ ਰੌਲਾ ਪਿਆ ਗਿਆ। ਮੈਂ ਤਾਂ ਫੋਨ ਸੁਣ ਰਿਹਾ ਸੀ, ਮੈਨੂੰ ਪਤਾ ਹੀ ਨਹੀਂ ਪਿੱਛੇ ਕੀ ਗੱਲਬਾਤ ਹੋਈ, ਕਿਹਦਾ ਦੁਬਈ 'ਚ ਕੇਸ ਚੱਲਣ ਲੱਗਾ। ਨਹੀਂ ਰੋਲਾ ਸ਼ੋਲਾ ਕੋਈ ਨਹੀਂ ਆਇਆ, ਨਾਰਮਲੀ ਗੱਲ ਚੱਲ ਰਹੀ। ਰੌਲਾ ਪੈਣਾ ਚਾਹੀਦਾ ਵੈਸੇ, ਰੌਲਾ ਕੋਈ ਰੋਲਾ ਫਿਲਹਾਲ ਤੇ ਜਿੱਥੇ 2-3 ਗੁੱਜਰ ਬੈਠੇ ਹੋਣ ਤੇ ਰੌਲਾ ਲਾਜ਼ਮੀ ਹੋਣਾ ਚਾਹੀਦਾ, ਬਗੈਰ ਰੌਲੇ ਤੋਂ ਨਹੀਂ ਕੰਮ ਬੱਤਰ ਚਲੋ ਕੋਈ ਮਾਸ਼ਾ ਜਰਨੀ ਜੀ ਹੈ ਚੌਧਰੀ ਜੀ, ਇਹਨਾਂ ਦੇ ਬੜੇ ਬੜੇ ਉੱਚੇ ਹੱਥ ਜੇ ਯੂਪੀ ਭਾਈ, ਇਹਨਾਂ ਨੂੰ ਦੱਸੋ ਦੋ ਬੰਦੇ ਨਾਮ। ਅੱਛਾ, ਚੌਧਰੀ ਤੇ ਗੁੱਜਰ ਮਸਲੀ ਹੁੰਦੇ ਨੇ। ਵਿਕਾਸ ਬਹੁਤ ਬੜਾ ਫਰਕ ਹੁੰਦਾ ਹੈ। ਚੌਧਰੀ ਜੀ ਗੁੱਜਰ ਨਹੀਂ ਤੁਹਾਡੇ, ਤੁਸੀਂ ਹਾਲੀ ਚੌਧਰੀ ਹੋਏ, ਚੌਧਰੀ ਗੁੱਜਰ ਨੇ। ਆ ਦੋ ਗੁੱਜਰ ਤਾਂ ਅਸੀਂ ਆਏ, ਕਾਮਰ ਭਾਈ ਤੇ ਮੈਂ ਤਾਂ ਅਸੀਂ ਦੋ ਗੁੱਜਰ ਤੇ ਆਵਾਂ। ਨਹੀਂ ਤੁਸੀਂ ਚੌਧਰੀ ਹੋ, ਗੁੱਜਰ ਨਹੀਂ ਹੈ। ਗੁੱਜਰ ਜਿਹੜਾ ਨਾ ਯੂਸਫੀ ਹੈ। ਹਲਾ ਮੈਂ ਤਾਂ ਮੁਸਲਮਾਨ ਆ ਭਾਈ, ਉਹ ਮੈਂ ਮੁਸਲਮਾਨ ਆ ਅਲਹਮਦੁਲਿਲਾ। ਉਹ ਠੀਕ ਹੈ, ਉਹ ਤਾਂ ਗੱਲ ਠੀਕ ਹੈ, ਮੁਸਲਮਾਨ ਹੋ, ਲੇਕਿਨ ਇੱਕ ਹੁੰਦਾ ਨਾ ਇੱਕ ਸਾਡੇ ਕਾਸਟ ਵਗੈਰਾ ਗੁਜਰ ਹੋ। ਨਹੀਂ ਮੈਂ ਮੁਸਲਮਾਨ ਆ। ਠੀਕ ਹੈ ਭਾਈ। ਵਾਲੇਕੁਮ ਵੈਸ ਭਾਈ, ਕੀ ਹਾਲ ਹੈ? ਦੇਖੋ ਓਕੇ ਸਲਾਮ ਅਲਹਮਦੁਲਿਲਾ। ਹਾਂਜੀ ਵੈਸ ਭਾਈ, ਕੀ ਕਾਰਕਰਦਗੀ ਉੱਥੇ ਬੱਟ ਸਾਹਿਬ ਦੀ ਬਰਾੜ ਦੀ 44 ਨੰਬਰ ਐਤ ਤੇ 42 ਨੰਬਰ ਐਤ ਚੋਂ ਕੋਈ ਕੀ ਨਤੀਜਾ ਨਿਕਲਿਆ ਫਿਰ? ਅਮਰ ਭਾਈ, ਉਹ ਅਸਲ 'ਚ ਦੋ ਚੀਜ਼ਾਂ ਨੇ ਨਾ। ਉਹ ਕਹਿੰਦੇ ਨੇ ਜੀ ਕਿ ਨੰਬਰਾਂ ਦੇ ਲਿਹਾਜ਼ ਦੇ ਨਾਲ ਜੀ ਦੱਸੋ ਜੀ ਕਿ ਨੰਬਰਾਂ ਦੇ ਲਿਹਾਜ਼ ਨਾਲ ਆਖਰੀ ਨਬੀ ਨਹੀਂ ਹੈ। ਮਤਲਬ ਅਜੀਬ ਹੀ ਫਿਲਾਸਫੀ ਹੈ, ਮੇਰੀ ਸਮਝ ਨਹੀਂ ਆਉਂਦੀ ਕਿ ਨੰਬਰਾਂ ਨੂੰ ਉਹ ਤਸ਼ਬੀਹ ਦਿੰਦੇ ਨੇ ਗੈਰ ਸ਼ਰੀ, ਮਤਲਬ ਨੰਬਰਾਂ ਦੇ ਲਿਹਾਜ਼ ਨਾਲ ਕੰਟੀਨਿਊਟੀ ਦੇ ਦਾ ਮਤਲਬ ਨੰਬਰ ਦੇ ਲਿਹਾਜ਼ ਨਾਲ ਉਹਨੂੰ ਕਹਿੰਦੇ ਨੇ ਗੈਰ ਸ਼ਰੀ। ਨੰਬਰਿੰਗ ਕਾਊਂਟਿੰਗ ਦਾ ਮਤਲਬ ਹੈ ਗੈਰ ਸ਼ਰੀਅਤ ਵਾਲੇ ਨਬੀ, ਔਰ ਜਿਹੜੇ ਨੰਬਰ ਦੇ ਨਾਲ ਆਏ ਨੇ ਉਹ ਸ਼ਰੀਅਤ ਵਾਲੇ ਨਬੀ। ਤੇ ਉਹ ਇੱਕ ਅਜੀਬ ਫਿਲਾਸਫੀ ਉਹਦੀ, ਉਹਦਾ ਕੀ ਜਵਾਬ ਦਿੱਤਾ ਜਾਵੇ। ਤੇ ਲੇਕਿਨ ਸਭ ਉਹਨਾਂ ਨੂੰ ਫਿਰ ਉਹਨਾਂ ਨੇ ਦਲੀਲ ਪੇਸ਼ ਕੀਤੀ। ਮੈਂ ਕਿਹਾ ਜੀ ਮੈਨੂੰ ਤੁਸੀਂ ਦੱਸੋ ਕਿ ਨਬੀ ਆ ਰਹੇ ਨੇ, ਕੋਈ ਕੁਰਾਨ ਦੀ ਆਇਤ ਦੇ ਦਿਓ। ਉਹ ਕਹਿੰਦੇ ਤੁਸੀਂ ਕੋਈ ਆਇਤ ਦੇ ਦਿਓ ਕਿ ਨਬੀ ਬੰਦ ਹੋ ਗਏ ਨੇ। ਮੈਂ ਜਦੋਂ ਉਹਨਾਂ ਨੂੰ ਆਇਤ ਦੱਸੀ ਹੈ ਸੂਰਤ ਮਾਇਦਾ ਦੀ 44 ਤੇ 46 47 48 ਤੇ ਉਹ ਤੋਂ ਹਟ ਕੇ ਪਤਾ ਨਹੀਂ ਉਹਨੇ ਕੋਈ ਫਿਲਾਸਫੀ ਹੋਰ ਸ਼ੁਰੂ ਕਰ ਦਿੱਤੀ ਕਰਨੀ। ਉਹ ਮੇਰੀ ਸਮਝ ਨਹੀਂ ਆਈ ਕੀ ਫਿਲਾਸਫੀ ਸੀ। ਮੈਂ ਫਿਰ ਕਿਹਾ ਫਿਲਾਸਫੀ ਕੁਰਾਨ ਦੀ ਆਇਤ ਤੇ ਗੱਲ ਕਰੋ, ਫਿਲਾਸਫੀ ਤੇ ਕੀ ਗੱਲ ਕਰਨੀ ਹੈ। ਬਸ ਇਹੀ ਗੱਲ ਹੋਈ ਮੇਰੀ।
ਉਹਨਾਂ ਦਾ ਮਸਲਾ ਹੋਰ ਵੀ ਹੈ ਕਿ ਇਸ ਤੋਂ ਇਲਾਵਾ ਵੀ ਨਾ WhatsApp ਦਾ ਜਿਹੜਾ ਮਸਲਾ ਹੈ ਨਾ ਉਹ ਹੋਰ ਸੰਗੀਨ ਮਸਲਾ ਹੈ। ਤਾਂ ਜਮਾਤ ਨੂੰ ਚਾਹੀਦਾ ਕਿ ਉਹਦੇ ਅਗੇਂਸਟ ਕੋਈ ਐਕਸ਼ਨ ਲੈਣ, ਉਹ ਕਰਵਾ ਦੇਣ ਤੇ ਇਲਾਜ ਲੂਜ ਕੋਈ ਮਸਲਾ ਨਹੀਂ। ਮੇਰੇ ਕੋਲ ਕਾਫੀ ਹਸਪੀਟਲ ਹੈ ਨੇ ਉੱਥੇ। یہ سب خاموش ہی ہو گیا، مجھے یہ سمجھ نہیں آ رہی بھائی۔ یوسفی بھائی آپ ہو یہاں پہ؟ بھیا آپ اتنے بڑے مناظر سے آپ گفتگو کر کے آئے ہیں تو آپ کو تھوڑی سی ریسٹ ملنی چاہیے۔ آپ مغز ماری کر کے آئے ہیں، مغز کا دہی بنا کے آئے ہیں آپ اپنے۔ اب میں کہتا ہوں یہ جو ہمارے عامر بھائی شاہ صاحب، ان لوگوں کو ان سے مناظرہ نہیں کرنا چاہیے۔ ہمارے جیسے ہم چھوٹے بندے ہیں، ہمیں چھوڑ دینا چاہیے ایسے بندوں کے لیے، لیکن ان کا لیول نہیں بنتا ان کے ساتھ۔ نہیں، ان میں سے کوئی بھی ایک بندہ بھی ایسا نہیں ہے جس کے ساتھ کوئی مناظرہ کیا جائے۔ اصل میں میں نے اب تک کیا جتنی بھی گفتگو سنی ہے، جتنے بھی ٹک ٹاک پہ خاص طور پہ لوگوں کو بولتے ہوئے سنا نا، تو کل بھی نا ایک بھائی کی کال آئی ہوئی تھی، تو وہ مجھے کہہ رہے تھے کہ یہ جو بندے ٹارگٹ تم لوگ کرتے ہو نا، اصل میں یہ ذاتی طور پر نا اپنے آپ کو ایکسپوز کر کے ان لوگوں کا بہت بڑا بھلا کر رہے ہوتے ہیں جو احمدی ریسرچ کر رہے ہوتے ہیں نیچے بیٹھ کے۔ ان لوگوں سے گفتگو کر کے کچھ لوگ جو اسپیسیفک لوگ ہیں نا جو نیچے پھول شول مار رہے ہوتے ہیں اور وہ جے مرزا کی کر رہے ہوتے ہیں، ان لوگوں کے علاوہ بھی ایک مخلوق ہے جو کچھ بھی نہیں کرتے، نہ لائک کرتے ہیں، نہ کوئی پھول مارتے ہیں، نہ کوئی کمنٹ کرتے ہیں، کچھ بھی نہیں کرتے۔ وہ چپ کر کے سنتے ہیں، ایک آدھ کاغذ پینسل ہاتھ میں رکھتے ہیں، وہ لکھ لیتے ہیں کہ یہ بندہ کیا بات کر رہا۔ جب براڈ بند ہوتے ہیں گوگل پہ وہ ایک آدھ حوالہ چیک کر لیتے ہیں۔ وہ لوگ کنورٹ ہو رہے ہیں اور یہاں پہ بہت بڑے بڑے براڈ کاسٹر ہیں جو ان کا بڑا اپنے آپ کو وہ سمجھتے ہیں براڈ کاسٹر ہیں، ان کی اولادیں لا الہ الا اللہ محمد رسول اللہ، ان کی اولادیں جو ہیں نا وہ چھوڑ چکی جماعت کو۔ یہاں پہ براڈ کاسٹر ہیں، وہ یہاں پہ بیٹھے ہوئے ہیں کہ جی ہم اوپر کی نیچے کی اوپر کر دیں گے۔ ان کی اولادیں اسی وجہ سے چھوڑ چکی ہیں کہ اب معاملہ یہ ہے، انہوں نے بھی ٹک ٹاک آئی ڈی بنائی ہوئی ہے، آگے اولاد نے بھی بنا لی ہے، تو جب وہ آن لائن ہوتے ہیں اولاد چپ کر کے کہیں اور بیٹھی سن رہی ہوتی ہے کہ ہمارے باپ کے ساتھ کون بندہ گفتگو کر رہا ہے اور کیا جواب دے رہا ہے۔ تو وہ لوگ اپنے ذہن سازی کر کے اپنے ذہن کو سمجھا چکے ہیں کہ یہ سارا کا سارا کچھ اور ہی دجل فریب ہے، فراڈ ہے، اس کے اندر حقیقت کچھ نہیں ہے، اور وہ توبہ طائب ہو گئے ہیں، نہیں بتاتے۔ وہ ان کی بھی مجبوریاں ہیں کہ ماں باپ جو ہے نا وہ بیٹھے ہوئے براڈ کے اوپر جے مرزا کی کر رہے ہیں اور میں ویچ جا کے کما شٹ اپ ابا جی تسی چول پہ مار دے ہو، لیکن وہ نہیں کر سکتے نا۔ جی حیدر بھائی السلام علیکم۔ وعلیکم السلام۔ نیچے عبداللہ دے نام دی آئی ڈی ہے، یہ فیک آئی ڈی ہے؟ جی فیک آئی ڈی ہے، کیونکہ عبداللہ کو ایڈ ہے، فیک آئی ڈی ہے۔ میوٹ کرو جڑا بھی۔ تو ان لوگوں سے بات کر کے نا یہ لوگ سمجھ رہے ہوتے ہیں کہ جی آج عامر نذیر صاحب آئے تھے اور میں نے اس کو نمبروں کے لحاظ سے جو ہے نا وہ ایسی کہانی سنائی ہے کہ عامر صاحب نے کیا بھائی تو جتیا میں ہاریا، تو اپنے نمبر پورے کر لیں، لیکن اس کو یہ پتہ ہی نہیں ہے کہ وہ خود ہار چکا ہے۔ نیچے جو بندے اس کو سن رہے ہوتے ہیں نا وہ اس بلّہ نے ڈال رہے ہوتے ہیں، ان کو پتہ چل رہا ہوتا ہے کہ یہ کیا ڈرامے بازی ہو رہی۔ میں یوسفی بھائی بات یہ ہے نا، میں بلکہ ایک منٹ آپ کی بات ہو رہی ہے، آپ نے جس دن آپ کی بات میں کاٹ رہا ہوں سوری، جس دن آپ نے وہ ایک بہت بڑا ورقہ لکھنے کے بعد آپ نے کہا نا انتے لکھنے واسطے جگہ بھی کوئی نہیں رہی، اور پھر دوسرے صفحے پہ آپ نے یہ لکھ دیا تھا کہ آج کے بعد اسیم بٹ سے بات نہیں کرنی اس موضوع پہ، تو وہ بڑا اچھا فیصلہ تھا، لیکن میرا خیال ہے ان سے بات ہونی چاہیے۔ فون آ گیا تھا میں سن نہیں سکا بات، کیا بات تھی؟ وہ اصل میں نا وہ نہیں ہے احمد ابل صاحب، وہ میرے اچھے دوست ہیں، تو میں ان کی وجہ سے نا ان کی وجہ سے گیا تھا۔ انہوں نے کل بھی پرسوں انہوں نے مجھے کال کی تھی آتے کہ یار آپ آؤ، میں نہیں چاہتا کہ میں تو بلکہ اپنے گروپ پہ بھی میں نے بس کلیئرلی کہا ہوا کہ یار ہمارے جو بین مناظر ہیں جو لوگ ہیں ان کو بات نہیں کرنی چاہیے،
کہ آپ اس کو بندے کو قرآن کی آیت سنائیں گے، وہ آگے سے آپ کو عجیب ہی فلاسفی سنا دے گا. آپ کیا بات کریں گے ایسے بندے سے؟ قرآن کی آیت کے اوپر فلاسفی سنیں گے آپ، اور کہے گا میں نے فلاسفی سنا کے میں نے قرآن سنا دیا، اور جھوٹ کے بلندے باندھ دے گا کہ میں قرآن سے لاجواب محمد نذیر صاحب کو لاجواب کر دیا ہے، مجھے کھانے کو لاجواب. یوسفی بھائی جی جی یہ ملک طلت کی کوئی ویڈیو پڑی ہے آپ کے پاس شاطمیت کی، جو جس میں یہ شاطمیت کر رہا ہے، یا کسی بھائی کے پاس پڑی ہو؟ ابو بکر بھائی دیتے ہیں آپ کو. ابو بکر بھائی موجود ہیں یہاں پہ؟ ہاں مجھے سینڈ کر دیں، کیونکہ اس بندے نے مجھے نمبر سینڈ کر دیا. ابھی ابو بکر بھائی آتے ہیں، میں ان سے کہتا ہوں ان کے پاس بھیجیں. ان کا ہے میرے پاس ہے نمبر ان کا. ہاں ان کو میسج کریں، وہ آپ کو سینڈ کر دیں. اچھا بات پتہ کیا ہے، میں فون تھا تو میں سن نہیں سکا آپ کی ساری بات. میں نے یہ بات اس لیے کی ہے، جو آپ سے سوال کیا ہے نا، کیا تو میں نے طنزاً ہی ہے، سچی بات تو یہی ہے کہ یہ جو ہے نا مرزائی، ان کی اسٹریٹجی کیا ہے اور مسلمانوں کی اسٹریٹجی کیا ہے. باقی اس کے بعد ایک دفعہ کہتے ہیں، دوسری دفعہ ہر بندہ آزاد ہے، اگر وہ اس اسٹریٹجی سے متفق ہے، نہیں متفق ہے، اپنے طریقے سے کرنا چاہتا ہے، بے شک جاری رکھیں. مرزائی یہ چاہتے ہیں کہ قرآن کی آیتیں دونوں طرف سے بندے پڑھتے رہیں، یا ایک ہی آیت کو وہ بھی پڑھیں ہم بھی پڑھیں، اس کا ایک ترجمہ وہ کریں ایک ہم کریں. جو سننے والے ہیں نا، کم از کم وہ یہ تاثر لیں گے کہ بھئی دونوں قرآن کو ماننے والے ہیں، قرآن کے معنی میں کوئی فرق ڈال رہے ہیں نا، وہ کچھ اور فرق بیان کر. کیونکہ سننے والے جو لوگ ہوتے ہیں ان کی اپروچ جو ہوتی ہے وہ عام طور پر جو عام لوگوں کی ہوتی ہے وہ نہیں ہوتی جو بات کرنے والوں کی ہوتی ہے. وہ لو اپروچ کے مالک ہوتے ہیں. اگر وہ بات کرنے کے وہ ہو ان کا کیلیبر تو وہ خود اوپر آ کے کر لیں نا. عام طور پر سننے والے وہ ساری باتوں کو نہیں جانتے ہوتے، گہرائی کو نہیں جانتے ہوتے، وہ موٹی موٹی بات سنتے ہیں، بھئی اس میں یہ کیا کہہ رہا ہے اور وہ کیا کہہ رہا ہے اور طریقہ کیا ہے بات کا. اگر ایک بندہ ہائپر ہو رہا ہے، گالیاں دے رہا ہے، وہ کہتے ہیں بھئی یہ شاید اس لاجواب ہو گیا. شاید ہو سکتا ہے کہ وہ غیرت ایمانی کی وجہ سے کوئی سخت لفظ بول رہا ہو، جس طرح ہمارے خود مجھے بھی کئی دفعہ کوئی بولنا پڑ سکتا ہے. لیکن سننے والا جو باہر، وہ کہا تھا نا نوب جلوٹے نے، باہر جو دیکھتے ہیں وہ سمجھیں گے کس طرح، کتنے غموں کی بھیڑ ہے ایک آدمی کے ساتھ. تو وہ سننے والوں کو تو نہیں ہوتا نا پتہ کہ بھئی یہاں پر کیا ہے، وہ موٹی بات دیکھتے ہیں. تو جب آپ قرآن کی آیت پڑھ رہے ہیں اور وہ بھی قرآن کی آیت پڑھ رہا ہے، آپ کچھ ترجمہ کر رہے ہیں وہ کچھ ترجمہ کر رہا ہے، اور جس طرح آپ ابھی بیان کر رہے ہیں کہ وہ ترجمے کے آگے پھر وہ فلسفی پوری اس کی وہ چلا رہا ہے اور کہہ رہا ہے کہ یہ تشریح ہے، یہ تفسیر ہے. سننے والا جو مسلمان ہوگا وہ، یا کوئی ایک تھوڑا بہت ڈھیلا بندہ ہوگا، وہ اس کا برا تاثر لے گا. وہ یہ سمجھے گا کہ بھئی قرآن ہی پڑھا جا رہا ہے، معنی میں فرق ہے تھوڑا بہت. اور مرزائیوں کی یہی اسٹریٹجی ہے. بھلے آپ ان کو قرآن میں جتنا مرضی پچھاڑ دیں، جتنا مرضی لاجواب کر دیں، ذلیل کر دیں، قرآن کی آیت آگے رکھ کے جتنا مرضی کر دیں، وہ اس پر خوش رہتے ہیں کہ بھلے لاجواب ہو گئے ہیں، پڑھی تو قرآن کی آیت ہی ہے نا، قرآن کی آیت سے جواب دیا ہے نا، ماڑا دیا، چنگا دیا، ہار گئے ہیں، جت گئے، کیا ہو گیا. جبکہ جو دوسرا معاملہ ہے نا کتابوں کا، وہ بالکل آسان ہے اور عام فہم ہے. یعنی اردو میں کتابیں ہیں، اردو میں تحریریں ہیں. جب آپ اس کا کوئی صفحہ، کوئی تحریر، کوئی عبارت پیش کرتے ہیں، عام بندہ، میں سمجھتا ہوں جو ٹرک ڈرائیور ہے، جو ٹیکسی ڈرائیور ہے، جو گاڑی چلا رہا ہے، جو اسکوٹر چلا رہا ہے، ایون جو کھوتی لے کے وانا تار کے پٹھے لے کے آ رہا ہے نا، وہ بھی سنے گا. اگر اس کی نظر پڑ گئی نا اسکین پہ، وہ کہے گا اردو میں یہ لکھا ہوا ہے، تو یہ تو سمجھ آ رہی ہے، یہ نہ سمجھ آنے والی تو بات ہی کوئی نہیں ہے. تو اس میں تو اگر اس بندے کے پاس، مخالف کے پاس جواب نہیں آ رہا اس کو، تو اس کا مطلب ہے کہ یہ شکست خوردہ ہے. قرآن کریم عربی میں ہے، پھر اس کی تشریح ہے ترجمے کے بعد، تو مطلب لمبی بات ہے. میرا یہ کہنے کا مطلب ہے کہ مرزائیوں کی یہ اسٹریٹجی ہے. اس اسٹریٹجی سے ہم نے سب بھائیوں کی منت کی ہے، بہنوں کی بھی، ایک دو بہنیں بھی ہیں بھائیوں کے علاوہ نا، ایک دو بہنیں بھی ہیں جن کی منت کی ہے کہ دیکھو یہ مرزائیوں کی اسٹریٹجی ہے کہ آپ قرآن سے ہمارے ساتھ بات کریں، بھلے ہمیں جتنا مرضی ذلیل کر دیں، قرآن ہمارے سامنے پڑھ کے ہمیں کافر قرار دے دیں، ہم سے سائن کروا لیں جس پہ کروانے، لیکن پڑھیں قرآن ہمارے ساتھ. مرزا قادیانی کی تحریریں، عبارتیں نہ ہمارے سامنے رکھیں. کچھ نے اتفاق کیا، کچھ نے اختلاف کیا. اب جن کو عبارتوں کا
तहरीरों का किताबों का पता ही नहीं है, तो वो एज ए मुस्लिम तो हर मुसलमान जो है उसने घर में सूरत फातिहा इखलास पढ़ी हुई है और कुरान की कुछ आयात उसने याद की हुई हैं, और एज ए मुस्लिम उसको अपने कीदे का भी मोटा मोटा पता है। भाई अल्लाह के नबी ने फरमाया ला नबी आबादी, और कुरान की आयत भी को कहते हैं सूरह अहज़ाब में आती है कि अल्लाह के नबी ख़ातमुन नबीयीन। ये मोटी मोटी बात का हर बंदे को पता होता है। जो मुसलमान पढ़े लिखे मुड़े लड़के हैं ना, उनको तो पता ही है ना। जो मदरसों के पढ़े तो वो माशाल्लाह अच्छी भली आयतें भी पढ़ लेते हैं, लेकिन आप जितनी आयतें, जितना कुरान, जितना आप कारी हैं, हाफिज हैं, वो मिर्ज़ाई के लिए मुज़िर नहीं है। मिर्ज़ाई के लिए वो मुज़िर है सेहत के लिए जो मिर्ज़ा की किताबों को जानते हैं, इससे वो दौड़ते हैं। ये है हमारा कंक्लूजन इतने सालों का। अब कोई बंदा इससे एग्री ना हो, बेशक जाके कल आयतें पढ़े, लेकिन मैंने आज देखा तो मैंने आपको रिक्वेस्ट कर दी है कि ये जो है ना 44 नंबर आयत, 42 नंबर आयत, इसमें अल्लाह ताला ये फरमा रहा है, उसमें अल्लाह ताला वो फरमा रहा है। नहीं, ये नहीं फरमा रहा। अल्लाह ताला ये कह रहा है कि मूसा अलैहिस्सलाम के बाद तो रात के अंदर वो नबी आए वगैरह वगैरह, जो कुछ भी आप बात कर रहे थे मैंने सुनी है 5-10 मिनट। ये सारी ना सिर्फ यूजलेस है बल्कि नेगेटिव है हमारे लिहाज से। हमारी जो दावत व तबलीग है उसके लिहाज से नेगेटिव है, क्योंकि इसका नुकसान है, फ़ायदा नहीं है। फ़ायदा इस चीज़ का है कि मिर्ज़ा कादियानी की तहरीरें, भले आप एक तहरीर ले जाएं, 2 तहरीरें पकड़ लें, उनको जाके बतौर साइल के आप उनके आगे रख के उनसे पूछें। अगर कोई ऐसा वो जवाब दे दें जिससे आप समझें कि भाई इससे कोई गड़बड़ हो रही है, या वो कोई मानी ऐसा बयान हो सकता है जिससे एस्केपिज्म नज़र आ रही है, तो आप एक दफ़ा आके दोबारा हमें बताएं तो सही कि भाई हमने ये सवाल किया है तहरीर के बारे में, उसकी इबारत के बारे में, उसका उसने ये जवाब दिया और ये तो ठीक ही है, कोई इतना बुरा तो नहीं है, इससे तो वो बचत उसकी है, बच सकता है इससे। दिखाएं तो सही एक दफ़ा। ऐसी ऐसी इबारतें हैं, ऐसी ऐसी तहरीरें, और उर्दू की तहरीरें हैं। मिर्ज़ाई मुंह में उंगली दे लेते हैं, जवाब ही नहीं देते। भाई साहब कसम खा के मैं कहता हूँ, जवाब ही नहीं देते। कहते हैं बस इस तहरीर का या इस बात का जो कहना था हमने कह दिया, अब आपकी मर्जी है, जो मर्जी करें। हमारे साथ तो वैसे ही 3 तलाक़ें हैं ना। आप भी जाएंगे तो आपको ये जवाब मिलेगा कि आपको जवाब दे दिया है, दिल करता है तो मान लो, नहीं दिल करता तो ना मानो, आगे चलो। बस बेबसी की तस्वीर बने उन इबारतों के आगे। कल जितना ये परसों 3-4 घंटे की बराड लगा के वो वहाँ पर नोहा पढ़ा जा रहा था और सफ़े मातम बिछी हुई, वो इबारतों की वजह से बिछी हुई थी ना। कभी देखा है मिर्ज़ाई परेशान हो कुरान की वजह से कि कुरान की आयत जो है उसका कोई मानी ऐसा निकल आया है, मुसलमान ऐसा बयान कर रहे हैं, किसी मुफस्सर का, किसी मुजद्दिद का, किसी मुहद्दिस का, जो हमारे लिए नुकसान है। नहीं, इन इबारतों की वजह से उनके आपस के अंदर मामलात पैदा हो गए कि ये इबारतें लोगों को समझ नहीं आ रही। जो आम कादियानी हैं वो जब देखते हैं वो सटपटाते हैं कि ये क्या लिखा, हमें तो नहीं बताई थी ये बातें कि ये भी लिखा हमारी किताबों में। बस इतनी मुझे बात करनी थी, लंबी हो गई, उसके लिए माफ़ी। अब जो बात किसने करनी कर ली। अमर भाई इंशाल्लाह मैं इसको आपकी जो आपने बात की इसको फॉलो करूँगा। ऐसा नहीं है वो बस बात होते होते वो इसी तरह निकल पड़ी। मैं तो खुद, आपको पता है, मैंने तो खुद अपने आप के साथ वादा किया था कि मैंने उससे बात करनी नहीं है, स्पेशली अजीम भट्ट साहब से ना। उनकी बात की तो कोई सर पाँव होता नहीं है। तो फ़िलासफ़ी की बातें का जवाब क्या देना फ़िलासफ़र का, तो उसके पास कोई ना कुरान है ना हदीस है। इवन इनफैक्ट वो मेरे साहब की बुक्स पे भी बात नहीं करता फिर, तो उसकी वो। अच्छा, दूसरा व्यास भाई, आप जिस बंदे की बात कर रहे हैं ना कि उनके साथ आपकी बड़ी दोस्ती और बड़ा किसी कुर्बत है उसके साथ, ये भी बंदा वही है। इसकी गुफ्तगू सुनने के बाद मुझे तो ये अंदाज़ा हुआ है कि ये दोनों पता नहीं सगे भाई हैं शायद ये, या इनमें कोई ना कोई रिश्तेदारी ज़रूर है। सेम वही अंदाज़ अजीम भट्ट का है और यही अंदाज़ इसका है ओपल का। दोनों बंदे बात कर देंगे, ना उसका कोई सर होता है ना कोई पाँव होता है, और अपनी एक अजीब व गरीब किस्म की फ़िलासफ़ी जो है ना वो झाड़ के तो बाद में कुरान पाक की आयत पेश कर देंगे, देखा जी मैंने ये कुरान से ये साबित कर दिया, बस अब ये साबित हो गया। कोई किसी का रेफरेंस नहीं है, कोई मतलब ये जो मुनाजरा है ना गुफ्तगू, इसके अंदर हर बंदे की अपनी बात नहीं। मेरा और अगर अवैस साहब का मुनाजरा या कोई गुफ्तगू हो रही है, मेरी और आपकी बात की कोई वैल्यू नहीं है। वैल्यू वो है जो कि अदिल्ला अरबा, जो कि असूल मुरतब हो गए हैं, तय पा गए हैं, किसी अकाबिर ने, किसी ऐसे बंदे ने जिस पर किसी बंदे को इतराज़ ना हो, उसकी बात हुज्जत के तौर पे पेश की जाती है। लो जी है गलत है, ऐसे बंदे ने भी कह दी थी, इनकार करना है। ये वो लोग हैं जिनके कोई असूल नहीं है, कोई असूल नहीं है, कोई बात नहीं। आप कुरान पाक की आयत पेश करें या आपके सामने कहेगा मैं मानता ही नहीं, इवन मेरे से का इनकार कर देंगे।
اور یہاں پہ ہیں آپ کسی کو کہیں نا کہ میں عادل حاکم مرزا غلام قادیانی کو بنا کے طرح سے بات کرتا ہوں، کرنی بات کوئی کون بندہ جو بات کرے گا؟ کوئی ایک بندہ بھی نہیں آپ سے قرآن و حدیث پہ اس اصول پر بات کر لے کہ میں عادل و حاکم تمہاری وجہ سے تمہاری طرف سے کیونکہ تم مانتے ہو اس کے اوپر میں بات کر لیتا ہوں. نہیں کریں گے. کیوں؟ ہے ہی نہیں اصول، کوئی سر پاؤں ہے ہی نہیں. ہاں ان کے لیے وبال جان بن جاتا ہے جب آپ مرزا غلام قادیانی کی کتاب کھول کے نا جی روحانی خزائن صفحہ نمبر ہے نا تے اے جلد الہون گل کر موت آ جائے گی کہ نہیں قرآن سے بات کرو، قرآن سے کیوں؟ قرآن کا پاک کے اوپر کھیلنا. اور پھر جو ابھی عامر بھائی نے بات کی ہے نا کہ جب قرآن پاک کی آیت پیش کر کے دو بندے اپنا موقف پیش کر رہے ہوں نا تو سننے والے کچھ لوگ یہ تاثر لے لیتے ہیں کہ یار ہے تو قرآن دی آیت ہے، دونوں دی سمجھ مختلف ہے تو قرآن دی آیت ہے نا، عقیدہ دونوں دا قرآن تے ہی ہے لیکن سمجھ اپنی اپنی ہے، وہ انجر لیندہ ہے بھی ٹھیک ہو بھی ٹھیک نہیں. بات یہ ہے کہ مرزا غلام قادیانی کی اگے عبارت پیش کرنی ہے تو اس کے اوپر بات کرو کہ مرزا غلام قادیانی جس عقیدہ کو پیش کرتا ہے تمہارا اس درمیان عقیدہ ہے یا نہیں. جو مرزا غلام قادیانی بات کرے گا اس کی مخالفت اس کا بیٹا کر رہا ہوگا، اس لیے تو یہ بات نہیں کرتے. جو بیٹا کر رہا ہے اس کی مخالفت باپ کر رہا ہوگا. دونوں باپ بیٹے کی ہمیشہ لڑائی رہی ہے، تو اس لیے قرآن و حدیث ہے. جی جی عبداللہ هاشم وينه والدليل قام اصلي وطن ہاں جی گل تو یہ بھی ٹھیک ہی ہے جی سمجھ آوے تھے. اچھا وہ نا ٹروتھ سرچر اور اس کی اوپن آئیز کی براڈ چل رہی تھی، پچھلے ہفتے کی بات ہے. وہ تنزیلہ ایک لڑکی تھی، یہ بیٹھے ہوئے تھے. انوار اوان 1 گھنٹہ سنتا رہا شاید نیچے. میں نے بھی کوئی 1 گھنٹہ پہلے دیکھا تو جو وہ آپس میں وہ پڑھ رہے ہوتے ہیں نا بارتے بورتے، تو میں پیچھے ہٹ جاتا تو چلو ٹھیک ہے سیر پیر تینا لبنا کو نہیں لگا ٹکرا مارن دو. تو میں اپنے کسی کام میں بزی ہو گیا تو مجھے شاید وسیم صاحب نے براڈ شیئر کی. میں نے آ کے دیکھا کہ انوار اوان آیا ہے، وہ انور اوان یا جو بھی اس کا نام ہے. የእነሱን አስተያየት ስለማይከተሉ ማለት ነው። አቡ ጂፋ ማለት وہ کہتا ہے انور اوان آ کے کہتا ہے کہ آپ اصل بات بتائیں، آپ تینوں کو مسئلہ کیا ہے، آپ کی آئیڈینٹی کیا ہے، آپ یہ باتیں کیوں پڑھ رہے ہیں، آپ کو مسئلہ کیا ہے، آپ کا اصل سوال کیا ہے. وہ ٹروتھ سرچر کہتی ہے بھئی ہم انسان ہیں، ہم یہ باتیں پڑھتے ہیں تو ہمارے ذہن میں سوال پیدا ہوتے ہیں. آپ کے ذہن میں نہیں ہوتے لیکن ہمارے ذہن میں سوال پیدا ہوتے ہیں. تو ہم وہی باتیں پڑھ رہے ہیں جن کے بارے میں ہمارے ذہن میں سوال پیدا ہو رہے ہیں اور ہم غور کر رہے ہیں. مسیح موعود نے ہمیں کہا ہے 3 بار کتابیں پڑھنی ہیں تو ہم کتابیں پڑھ رہے ہیں. تمہیں کیا پرابلم ہے؟ لیکن انور اوان کو سمجھ نہیں آئی ٹون کی کہ وہ بی بی مجھ سے دوسری ٹون میں بات کر رہی ہے تو آگے پانی گہرا ہوگا. لیکن وہ جلا بھونا پیچھے سے آیا تھا نا، اس نے پھر آگے بات بڑھانے کی کوشش کی. نہیں آپ بات بتائیں، آپ کو مسئلہ کیا ہے. پھر اس نے اس کی وہ بےزتی کی ہے کہ نیچے سیال صاحب بھی تھے، میں بھی تھا، اور بھی یہ وسیم صاحب ایکس قادیانی یہ بھی تھے. ہم ہنس رہے تھے کہ وہ سیال صاحب کہتے ہیں کتے کی اتنی ہو تو کتا جو چھوڑ جاتا ہے، جتنی اس نے اس کی بےزتی کی. لیکن یہ بندہ وہاں پر اپنی فل بےزتی کروا کے وہاں سے نکلا ہے. یہاں تک اس نے کہا ٹروتھ سرچر نے کہ آپ عزت لے کے یہاں سے نکل جاؤ، نیوے ہو کے یہاں سے نکل جاؤ، ایسا نہ ہو کہ ہمیں اتارنا پڑے، دفع ہو جائے یہاں سے. یعنی یہ اس کا کہنے کا مطلب. ان عبارتوں کو جو بھی بندہ عام بندہ پڑھتا ہے ان کے ذہن میں سوال پیدا ہوتے ہیں. وہ ان عبارتوں کو دیکھ کر، کیونکہ متضاد عبارتیں ہیں، متناقض عبارتیں ہیں، جھوٹ ہے ان میں صراحت کے ساتھ لکھا ہوا، ان عبارتوں میں جھوٹ ہے لکھا ہوا. مسیح موعود جب آئے گا اس پر کفر کے فتوے لگیں گے. 300 یورو اس پہ دے کر گیا ہے یہ عظیم باٹی کہ مسیح موعود جب آئے گا تو اس پر کفر کے فتوے لگیں گے. حدیثوں میں آتا ہے. کون سی حدیث میں آتا ہے؟ جاؤ ان کو کوئی ضعیف موضوع من گھڑت حدیث لے آؤ. کوئی حدیث ایسی نہیں ہے، جھوٹ ہے. یہ میں نے ایک مثال دی ہے. اسی طرح سے ہزاروں کے حساب سے لوگوں نے تو 200 جھوٹ کی کتاب لکھ دی ہے. بھائی صاحب جو صفحہ کھولو اس صفحے پہ جھوٹ لکھا ہو، جو بھی صفحہ کھولو گے. وہی بات
ਬਹੁਤ ਬੜੀ ਬਾਤ ਆਪਨੇ ਜੋ ਕੀ ਨਾ सारी बातों का निचोड़ एक कभी भी परेशान नहीं होंगे कि कुरान पाक की आयत में से कुछ ऐसी बात निकल आई है नहीं नहीं सवाल बड़ा चस्के लै लै के जिथे कोई मिर्जे की गल अगे पिछे हो जाए उत्थे जनाब अली नाल चल अहमद उप्पल को, एक मिनट, सॉरी मलक साहब, मैं आपको तो अहमद उप्पल को 3-4 रोज पहले जब वो अजीम भट्ट ने पूरी बराड़ ज़िया भाई के साथ मुनाजरे के बाद किया, मैंने 1 घंटा सुना। उस बंदे को कुरान की आयत सीधी पढ़नी नहीं आती, अल्लाह की कसम खा के कह रहा हूँ, गलत पढ़ रहा था। कुरान की आयत से ही पढ़नी नहीं आती और बातें वो मुफस्सर बन के कर रहा होता है, क्योंकि उनको एक टेक्निक दे दी गई है कि आपने इस तरह हेरा फेरियाँ करनी है, इस तरह कुरान के साथ करना है, वो पता नहीं लुग़वी मैंने लेने हैं, लुगत खोल लेनी है। असल तो पीछे तो मिर्ज़ा कादियानी के अपने बयान की वो मानी है ना, उनमें से भी फिर आगे मिर्ज़ा ये चौथा जो खलीफा है उसने कुछ किया है। तो इन दोनों को मिला जुला के मतजना बना के आपने तो वो कुरान के साथ खिलवाड़ करना है, जो बंदा मर्जी सामने बैठ के बयान करता रहे। तो कुरान के साथ उनको कोई भी खारिश भी नहीं होती, दर्द भी नहीं होती। अगर उनको दर्द हो रही है उन इबारतों से हो रही है जिन इबारतों ने यहाँ पर हलचल मचा दी है। टिकटॉक पर मिर्ज़ा कादियानी की इबारतों ने, अब देखो ना, मलक कैसर जैसा ये चर्च पीता था मलक कैसर पहले जब से हमारे साथ ये दावत और तबलीग के काम पे गया छोड़ दिया इसने चर्च। मतलब अनपढ़ बंदा इसने भी इसने भी वो पैरा याद किया हुआ है, मलक कैसर ने भी। अब इस सारी तहरीर से मतलब अब इस तमाम तहरीर से मतलब मेरा ये है। और नहीं कैसर भाई अभी नहीं अब इस तहरीर इस बयान से आपका मतलब क्या है कि ये चर्च पीते थे? शुक्र है आमिर नजीर भाई बैठे हुए हैं तो मलक भाई काबू में है, नहीं तो मलक भाई ने भी शुरू हो जाना था हवाला पढ़ने से। ਹਵਾਲੇ ਉਹਨਾਂ ਨੂੰ ਮਲਕ ਕੈਸਰ ਸਾਹਿਬ ਨੂੰ ਇਹ 2-3 ਹਵਾਲੇ ਨੇ ਨਾ ਜਿਹੜੇ ਇਸ ਤਰ੍ਹਾਂ ਪਿੰਚ ਕਰਦੇ ਨੇ ਜਿਸ ਤਰ੍ਹਾਂ ਫੀਡਰ ਪੀਂਦੇ ਬੱਚੇ ਜਿਹੜੇ ਨੇ ਨਾ ਦੁੱਧ ਵਾਲੇ, ਉਹਨਾਂ ਨੂੰ ਥੱਲੇ ਸਪਰਿੰਗ ਨਹੀਂ ਲੱਗੇ, ਉਹ ਛਾਲਾਂ ਮਾਰਦੇ ਨੂੰ ਉਛਲਦੇ ਨੇ, ਉਹ ਕਿਉਂਕਿ ਤਾਜ਼ਾ ਖੂਨ ਹੁੰਦਾ ਹੈ ਤੇ ਉਹ ਦੁੱਧ ਦੀ ਗੁਜ਼ਾ ਹੁੰਦੀ, ਤਾਂ ਉਹਨਾਂ ਦੇ ਥੱਲੇ ਇੰਝ ਹੁੰਦੇ ਜਿਵੇਂ ਸਪਰਿੰਗ ਲੱਗੇ ਨੇ। ਬੁੱਢਾ ਬੰਦਾ ਜਿਹੜਾ ਹੁੰਦਾ ਕੁਰਸੀ ਤੇ ਰੈਸਟ ਕਰਨਾ ਚਾਹੁੰਦਾ, ਉਹ ਬੱਚਾ ਜਿਹੜਾ ਜੰਪ ਕਰਨਾ ਚਾਹੁੰਦਾ, ਤੁਸੀਂ ਦੇਖੋ ਨਾ ਕਿਰੇ ਵੀ ਜਗ੍ਹਾ ਤੇ ਮਲਕ ਕੈਸਰ ਸਾਹਿਬ ਨੂੰ ਹਵਾਲੇ ਇੰਝ ਥੱਲੇ ਸਪਰਿੰਗ ਆਰ पुश करते ने भी बोल भी के हवाला पढ़ भी छड़ इन्नी देर हो गई है, मैं हवाला पढ़ना पिछा हट जा, मैं हवाला पढ़ क्यों? ये वो हवाले ने जेडे मौत बने पे ने मिर्जे, तुसी कोई इबारत लै जाओ नहीं साडे को सुन लो, पूछ लो, रोजाना आके पूछो भाई आज नवा को मैनू कोई चीज दे, मैं उन्होंने पूछा मरजाइयां नु, मैं तो आमिर भाई लेकिन ये मलक कैसर भाई ना इखलाक से गिरे हुए हवाले पढ़ते बहुत गंदे गंदे, ये एक मसला बस ये गलत है, ये गलत है। मैं यही इसी बात पे अगर पूछे ना मेरी मलक अगर गुस्सा है तो सिर्फ इस एक बात पर, बाकी मलक कैसे सोने का आदमी है, गलती सिर्फ बंदे ने यही है। मैं तो वही पढ़ रहा ना जो लिखा है। आप आगे नहीं ना देखते रिएक्शन क्या आता है भाई साहब। रिएक्शन देख के भारत वो पढ़नी चाहिए जिसका रिएक्शन पहले ज़हन में पता हो कि भाई इसका रिएक्शन ये आएगा। मैं अगर जाके वो मुफ्ती साहब तो कंट्रोल कर लेते हैं ना, मुफ्ती साहब तो वही बाले पढ़ते हैं, लेकिन मुफ्ती साहब के हाथ में डांग होती है लंबी, तो वो उनके कंट्रोल में होता है मामला। आप कंट्रोल नहीं कर सकते क्योंकि आप चले जाते हैं उनकी इबारत उनकी ब्राड पे, और वो कोई गंदा वाला जाते ही जाके पढ़ना शुरू कर देंगे। जिस तरह आज कोई राणा साहब कह रहे थे कि मैंने जाके कह दिया भाई मिर्ज़ा कादियानी की तालीम ये है कि जो मेरी किताबों को नहीं मारता वो कंजरियों का बच्चा है। आगे से क्या रिजल्ट आया? तो आप उसकी ब्राड पे जाके ऐसी इबारत गंदी पढ़ेंगे, है तो गंद, है तो बेशुमार गंद, लेकिन आगे देखें कि भाई इसका रिबटल क्या आएगा, उसको सोच के पढ़ा करें, अन्य वाला पढ़ देखो। अस्सलाम वालेकुम, सारी इजाजत है 2 मिनट मैंने गल करन दी। वालेकुम अस्सलाम जी अच्छा भाईजान, मैंने भी पिछले 2-3 दिन तो इतफाक होया वे टिकटॉक ते इन्हां दी ब्राड ते जान दा ते चीज़ां डिस्कस करन दा, सारियां मैं वो सुनदा भी रहा चीज़ां ने ते इन्हां ए कुरान नूं लैके या हदीस नूं लैके इस तरह दी लॉजिक पेश करदे ने। मैं छोटे हुंदे ना एक गल सुनी सी अपने चाचू रांदे कोलों, ਉਹਨੇ ਵੀ ਇੱਕ ਬੰਦਾ ਸੀ ਤੇ ਬਹੁਤ ਨਲਾਇਕ ਸੀ ਤੇ ਕਿਸੇ ਸਿਫਾਰਿਸ਼ ਨਾਲ ਉਹ ਟੀਚਰ ਲੱਗ ਗਿਆ ਤੇ ਬੱਚੇ ਪੜ੍ਹਦੇ ਸਨ ਪਿਓ ਦੇ ਕੋਲ, ਤੇ ਇੱਕ ਬੱਚਾ ਉਰਦੂ ਪੜ੍ਹਦਾ ਸੀ, ਪਿਓ ਦੇ ਵਿੱਚ ਵਰਡ ਆਇਆ ਤਾਰੀਕੀ। तो सर ने सर जी तारीकी का की मतलब है, ते सर नलायक सी आंदा उनको जिन्नी सिफारिश लगा सी ते ਉਹਨਾਂ ਦੇ ਬੱਚੇ ਇਧਰ ਉਧਰ ਵੇਖ ਕੇ ਤੇ ਹੁਣ ਸਾਹਮਣੇ ਮੁਰਗੀ ਨਜ਼ਰ ਆ ਜਾਂਦਾ, ਪੁੱਤਰ ਦਾ मतलब कुकड़ी है, तारीकी मैंने कुकड़ी।
ਬੱਚਾ ਘਰ ਚਲਾ ਗਿਆ, ਉਹ ਯਾਦ ਕਰਨ ਲੱਗ ਪਿਆ, ਕੋਲ ਉਹਦਾ ਵੱਡਾ ਭਾਈ ਬੈਠਾ ਸੀ, 9ਵੀਂ 10ਵੀਂ 'ਚ ਪੜ੍ਹਦਾ ਸੀ। ਉਹਨੇ ਕਿਹਾ ਇਹ ਕੀ ਯਾਦ ਪਿਆ ਕਰਨਾ? ਆਂਦਾ ਤਾਰੀਕੀ ਤਾਰੀਕੀ ਮੈਨੇ ਕੁਕੜੀ ਸੰਸਾਰ ਦੱਸਿਆ। ਆਂਦਾ ਨਹੀਂ ਪੁੱਤਰੀ, ਇਹਦਾ ਮਤਲਬ ਹੁੰਦਾ ਹੈ ਤਾਰੀਕੀ ਮੈਨੇ ਅੰਧੇਰਾ। ਆਂਦਾ ਭਾਈ ਹੁਣ ਸਾਰ ਵੱਡਾ ਕਿ ਤੁਸੀਂ ਵੱਡੇ ਹੋ, ਹੁਣ ਜ਼ਿਆਦਾ ਪਤਾ ਹੈ। ਆਂਦਾ ਨਹੀਂ, ਤੂੰ ਜਾ ਕੇ ਸਵੇਰੇ ਸਾਰਿਆਂ ਨਾਲ ਗੱਲ ਕਰੀ, ਵਾ ਤਾਰੀਕੀ ਮੈਨੇ ਅੰਧੇਰਾ ਹੁੰਦਾ, ਕੁਕੜੀ ਨਹੀਂ ਹੁੰਦਾ। ਬੱਚਾ ਕਹਿੰਦਾ ਠੀਕ ਹੈ। ਬੱਚਾ ਸਵੇਰ ਸਕੂਲ ਗਿਆ, ਜਦੋਂ ਹਰ ਕਲਾਸ 'ਚ ਆਏ ਨੇ ਤੇ ਬੱਚਾ ਨੇ ਸਰ ਕੱਲ ਸਾਹਿਬ ਮੈਨੂੰ ਤਾਰੀਕੀ ਦਾ ਮਤਲਬ ਦੱਸਿਆ ਕੁਕੜੀ, ਤਾਰੀਕੀ ਮੈਨੇ ਤੇ ਅੰਧੇਰਾ ਹੁੰਦਾ। ਹੁਣ ਯਾਦ ਆ ਗਿਆ ਵੀ ਆਹੋ ਮੈਂ ਗਲਤ ਦੱਸਿਆ ਹੀ, ਮਤਲਬ ਤੇ ਹੀ ਬਣਦਾ। ਉਹ ਆਂਦਾ ਕੁਕੜੀ ਕਦੀ ਵੇਖੀ ਆ? ਆਂਦਾ ਜੀ। ਆਂਦਾ ਕੁਕੜੀ ਦੇ ਪਰਾਂ ਥੱਲੇ ਹਨੇਰਾ ਨਹੀਂ ਹੁੰਦਾ, ਤੇਰੇ ਭਰਾਓ ਤੇ ਹਨੇਰਾ ਹਨੇਰਾ ਦੱਸਿਆ, ਮੈਂ ਪੂਰੀ ਕੁਕੜੀ ਦੱਸੀ। ਕੋਈ ਵੀ ਤੁਸੀਂ ਟੂ ਦਾ ਪੁਆਇੰਟ ਵੀ ਆਇਤ ਪੇਸ਼ ਕਰੋ ਦੇ ਜਾਂ ਹਦੀਸ ਪੇਸ਼ ਕਰੋ ਦੇ, ਉਹ ਨਾ ਇੰਜ ਦੀ ਮੰਤਕ ਬਣਾਣੀ ਹੈ ਕਿ ਜਿਹੜੀ ਉਹਨੇ ਉਹੀ ਬਣਾ ਸਕਦੇ ਨੇ, ਹੋਰ ਕੋਈ ਬੰਦਾ ਨਹੀਂ ਬਣਾ ਸਕਦਾ। ਇਸ ਵਾਸਤੇ ਬਿਹਤਰ ਇਹੀ ਹੁੰਦਾ ਕਿ ਬਾਲ ਉਹਨਾਂ ਦੇ ਕੋਰਟ ਵਿੱਚ ਹੀ ਰਵੇ, ਤੇ ਉਹ ਜਿਹੜੀਆਂ ਉਹਨਾਂ ਦੀਆਂ ਕਿਤਾਬਾਂ ਨੇ ਨਾ, ਤੁਸੀਂ ਉਹਨਾਂ ਨਾਲ ਡਿਸਕਸ ਕਰੋ। ਤੇ ਉਹ ਮਿਰਜ਼ਾ ਨੇ ਇੱਕ ਅੱਛਾ ਇਨਸਾਨ ਵੀ ਸਾਬਤ ਨਹੀਂ ਕਰ ਸਕਦੇ, ਨਬੀ ਤੇ ਦੂਰ ਦੀ ਗੱਲ। ਬਹੁਤ ਅੱਛੀ ਗੱਲ ਤੁਸੀਂ ਕੀਤੀ ਹੈ। ਅੱਲਾਹ ਤਾਲਾ ਤੁਹਾਨੂੰ ਜਜ਼ਾਏ ਖੈਰ ਦੇ। ਤੇ ਜਿੰਜ ਅੱਜ ਸ਼ੁਰੂ ਕੀਤੀ ਜੇ ਨਾ, ਇੰਜ ਹੀ ਅੱਗੋਂ ਵੀ ਕਰਦੇ ਰਹੋ, ਕਿਉਂਕਿ ਮੁਸਲਮਾਨ ਆਮਦਿਆਂ ਕਰਦੇ ਕਈ ਵਾਰੀ ਇੰਜ ਹੀ ਨੇ ਸ਼ੁਰੂ ਤੋਂ, ਬਾਅਦ 'ਚ ਹੌਲੀ ਹੌਲੀ ਸੋਟਾ ਫੜ ਲੈਂਦੇ ਨੇ। ਤੇ ਤੁਸੀਂ ਗੱਲ ਸਹੀ ਕੀਤੀ, ਬਿਲਕੁਲ ਮੈਂ 100% ਤੁਹਾਡੇ ਨਾਲ ਮੁਤਫਿਕ ਹਾਂ। ਕਿਤਾਬਾਂ ਦੀ ਗੱਲ ਰੱਖੋ, ਅਸੀਂ ਨਹੀਂ ਕਿਸੇ ਦੀ ਕਿਰਦਾਰ ਕੁਸ਼ੀ ਕਰਦੇ ਪਏ, ਅਸੀਂ ਨਹੀਂ ਕਿਸੇ ਨੂੰ ਗਾਲ ਪੇ ਕੱਢਦੇ। ਅਸੀਂ ਉਹਨਾਂ ਕਿਤਾਬਾਂ ਦੀਆਂ ਇਬਾਰਤਾਂ ਦੇ ਵਿੱਚ ਜਿਹੜੀਆਂ ਗੱਲਾਂ ਮੁਤਜ਼ਾਦ ਨੇ, ਜਿਨ੍ਹਾਂ ਦੇ ਵਿੱਚ ਝੂਠ ਸਰਾਹਤ ਦੇ ਨਾਲ ਮਤਲਬ ਆਮ ਬੰਦਾ ਵੀ ਦੇਖੇ ਤੇ ਉਹਨੂੰ ਨਜ਼ਰ ਆ ਜਾਏ, ਅਜ਼ਰ ਮਿਨ ਸ਼ਮਸ ਝੂਠ, ਅਸੀਂ ਉਹ ਪੇਸ਼ ਕਰਕੇ ਕਿਹੜਾ ਜੁਰਮ ਕਰਨੇ ਆ। ਅਗਰ ਉਹ ਬਦਲੇ ਵਿੱਚ ਕੋਈ ਸ਼ਾਤਮੀਅਤ ਕਰਦੇ ਨੇ, ਕੋਈ ਗਾਲ ਕੱਢਦੇ ਨੇ ਜਾਂ ਕੋਈ ਵੀ ਲੇਕਿਨ ਇਹਦੇ ਤੋਂ ਪਿੱਛੇ ਅਸੀਂ ਹਟ ਨਹੀਂ ਸਕਦੇ। ਅਗਰ ਅਸੀਂ ਉਹਨੂੰ ਝੂਠਾ ਵੀ ਨਹੀਂ ਕਹਿਣਾ ਜਾਂ ਝੂਠਾ ਵੀ ਸਾਬਤ ਨਹੀਂ ਕਰਨਾ, ਤੇ ਫਿਰ ਉਹ ਦਾਵਤ ਤਬਲੀਗ ਤੇ ਹੈ ਹੀ ਨਹੀਂ ਨਾ। ਫਿਰ ਤਾਂ ਨੂਨ ਲੀਗ ਦੇ ਤੇ ਪੀਟੀਆਈ ਦੀ ਕੋਈ ਬਰਾਡ ਜਾ ਕੇ ਜੁਆਇਨ ਕਰ ਲਓ। ਅਗਰ ਦੀਨ ਦੀ ਗੱਲ ਕਰਨੀ ਹੈ ਤੇ ਇਹਦੇ 'ਚ ਇਹ ਰਿਸਕ ਤੇ ਹੁੰਦਾ ਹੈ ਕਿ ਇੱਕ ਬੰਦਾ ਜਿਹੜਾ ਡਿੱਗੇ ਹੈ, ਉਹ ਗੰਦਾ ਤਰੀਨ ਵਾਰ ਕਰ 'ਚ ਸਈਦਨਾ ਅਲੀ ਰਜ਼ੀ ਅੱਲਾਹ ਤਾਲਾ ਦੇ ਬਾਰੇ ਮਸ਼ਹੂਰ ਵਾਕਿਆ ਨਾ, ਕਿ ਉਹਨਾਂ ਨੇ ਛਾਤੀ ਦੇ ਉੱਤੇ ਪੈਰ ਰੱਖਿਆ, ਤਲਵਾਰ ਮਾਰਨ ਲੱਗੇ ਤੇ ਉਹ ਬੰਦੇ ਨੇ ਹਜ਼ਰਤ ਅਲੀ ਦੇ ਮੂੰਹ ਤੇ ਥੁੱਕ ਦਿੱਤਾ ਜੀ। ਮਤਲਬ ਉਹ ਤਾਂ ਉਹਨੂੰ ਪਤਾ ਲੱਗ ਗਿਆ ਮੈਂ ਤਾਂ ਜਾਨਣਾ ਪਿਆ, ਮੇਰਾ ਤਾਂ ਕੰਮ ਗਿਆ ਮੁੱਕ, ਤੇ ਚਲੋ ਮੈਂ ਜਿਹੜਾ ਆਖਰੀ ਗੰਦੇ ਤੋਂ ਗੰਦੀ ਮੈਂ ਹਰਕਤ ਕਰ ਸਕਣਾ ਮੈਂ ਉਹ ਕਰ ਦੇਵਾਂ। ਅਬੂ ਜਹਿਲ ਦੀ ਗਰਦਨ ਵੱਢਣ ਲੱਗੇ ਤੇ ਉਹਨੇ ਆਖਿਆ ਥੱਲੇ ਕਰਕੇ ਵੱਢੇ, ਪਤਾ ਲੱਗੇ ਸਿਰ ਸਰਦਾਰ ਦਾ। ਹੁਣ ਪਤਾ ਤਾਂ ਲੱਗ ਗਿਆ ਮਾਰਤੇ ਉਂਝ ਚੱਲੇ ਆ, ਤੇ ਉਹਨੇ ਫਿਰ ਜਾਂਦਿਆਂ ਉਹਨੇ ਆਖਿਆ ਥੱਲੇ ਕਰਕੇ ਵੱਢਿਓ ਜ਼ਰਾ, ਤਾਂ ਹੁਣ ਵੱਡੀ ਮੈਨੂੰ ਨਜ਼ਰ। ਗੱਲ ਕਰਨ ਦਾ ਮਤਲਬ ਇਹ ਕਿ ਇਹ ਮਿਰਜ਼ਾਈ ਹਰੇ ਹੁੰਦੇ ਨੇ, ਜਿਸ ਵੇਲੇ ਇਹਨਾਂ ਦੀ ਅੱਗੇ ਇਬਾਰਤ ਪੇਸ਼ ਕਰਦੇ ਹੋ, ਉਹ ਉਸ ਇਬਾਰਤ ਨੂੰ ਵੇਖ ਕੇ ਆਪਣੀ ਜੰਗ ਹਰੇ ਹੁੰਦੇ ਨੇ। ਉਹ ਖਤਰਨਾਕ ਤਰੀਨ ਹਮਲਾ ਕਰਦੇ ਨੇ, ਸਾਨੂੰ ਵੀ ਪਤਾ ਹੈ। ਉਹਦੇ ਵਿੱਚ ਜਿੰਨੀ ਕੋਸ਼ਿਸ਼ ਹੋ ਸਕਦੀ ਉਹ ਕਰਨੀ ਚਾਹੀਦੀ ਹੈ ਕਿ ਬਈ ਐਸਾ ਕੋਈ ਇਬਾਰਤ, ਕੋਈ ਐਸਾ ਹਵਾਲਾ ਉਹਨਾਂ ਦੇ ਅੱਗੇ ਨਾ ਪੇਸ਼ ਕਰੋ ਜਿਹਦਾ ਇਹੋ ਜਿਹਾ ਰਿਬਟਲ ਆਵੇ ਕਿ ਜਿਹੜਾ ਤੁਹਾਡੇ ਕੋਲ ਕੰਟਰੋਲ ਨਾ ਹੋ ਸਕੇ। ਲੇਕਿਨ ਜਿੱਥੇ ਤੁਸੀਂ ਕੰਟਰੋਲ ਕਰ ਸਕਦੇ ਹੋ, ਤੁਸੀਂ ਬਿਲਕੁਲ ਉਹਨਾਂ ਦੇ ਅੱਗੇ ਇਬਾਰਤਾਂ ਰੱਖੋ, ਉਹ ਤਹਿਰੀਰਾਂ ਰੱਖੋ, ਔਰ ਇਹ ਬਿਲਕੁਲ ਅਲਾਲ ਐਲਾਨ ਜਿਹਨੂੰ ਕਹਿੰਦੇ ਨੇ ਨਾ, ਓਪਨ ਪਾਲਿਸੀ, ਕੁਛ ਪਾ ਕੇ ਨਹੀਂ ਅਸੀਂ ਕਹਿ ਰਹੇ। ਕੁਰਾਨ ਮਿਰਜ਼ਾਈਆਂ ਨੂੰ ਨੁਕਸਾਨ ਨਹੀਂ ਦਿੰਦਾ। ਕਿਉਂ? ਉਹਨਾਂ ਨੇ ਕੁਰਾਨ ਨਾਲ ਹੀ ਤਾਂ ਖਿਲਵਾੜ ਕੀਤਾ ਹੈ, ਕੁਰਾਨ ਨਾਲ ਹੀ ਤੇ ਹੇਰਾਫੇਰੀ ਕੀਤੀ ਹੈ। ਉਹਨਾਂ ਨੁਕਸਾਨ ਦਿੰਦੀਆਂ ਨੇ ਇਬਾਰਤਾਂ। ਇਹ ਅਜੇ ਮੇਰੀ ਆਖਰੀ ਗੱਲ ਤੇ ਹੋਣੇ ਤੋਂ ਬਾਅਦ ਮਾਈਕ ਫਰੀ ਮੈਂ ਮਿਊਟ ਕਰ ਲਾਂ, ਤੁਸੀਂ ਕਰੋ ਜਿੰਨੀ ਗੱਲ ਕਰ। ਜੀ ਮੈਂ ਇੱਕ ਹੋਰ ਐਗਜ਼ਾਮਪਲ ਦੇਣ ਲਗਾਇਆ। ਅਗਲੇ ਦਿਨ ਇੱਕ ਭਾਈ ਸਨ ਇੱਥੋਂ ਯੂਕੇ ਤੋਂ, ਆਨਲਾਈਨ ਸਨ, ਉਹਨਾਂ ਦੀ ਬਰਾੜ 'ਚ ਆਏ ਨੇ ਤੇ ਉਹ ਜਗ੍ਹਾ ਤੇ ਹੁੰਦੇ ਹੋ ਜੀ? ਅਮਰੀਕਾ ਕਿਹੜੀ ਜਗ੍ਹਾ ਹੁੰਦੇ ਹੋ? ਜੀ ਮੈਂ ਜਾਰਜੀਆ। ਅੱਛਾ ਠੀਕ, ਕਰੋ। ਤੇ ਉਹ ਜੀ ਉਹ ਭਾਈ ਨਾ ਕੋਈ ਉਹ ਆਇਤ ਤਲਾਵਤ ਕਰਦੇ ਸਨ ਪਏ, ਜਿਹਦੇ ਵਿੱਚ ਸੀ ਵੀ ਜੋ ਕੁਝ ਤੁਹਾਡੇ ਤੇ ਨਾਜ਼ਲ ਹੈ ਉਹਦੇ ਤੇ ਵੀ ਇਮਾਨ ਹੈ, ਤੇ ਜੋ ਕੁਝ ਉਸ ਤੋਂ ਪਹਿਲੇ ਨਾਜ਼ਲ ਹੋ ਚੁੱਕਾ ਉਹਦੇ ਤੇ ਵੀ ਇਮਾਨ। ਮਤਲਬ ਦਲੀਲ ਦੇ ਰਹੇ ਸਨ ਖਤਮੇ ਨਬੂਵਤ ਦੀ ਨਾ। ਤੇ ਅੱਗੋਂ ਜਿਹੜਾ ਸੀ ਉਹਨਾਂ ਦਾ ਹੋਸਟ, ਉਹ ਆਂਦਾ ਅੱਛਾ ਇਸ ਆਇਤ, ਇਹ ਕੁਰਾਨ ਦੀ ਆਖਰੀ ਆਇਤ ਹੈ, ਇਸ ਤੋਂ ਬਾਅਦ ਵੀ ਕੁਰਾਨ ਉਤਰਿਆ? ਉਹਨੇ ਕਿਹਾ ਜੀ ਬਾਅਦ 'ਚ ਵੀ ਕੁਰਾਨ ਉਤਰਿਆ। ਤੇ ਆਂਦਾ ਫਿਰ ਉਹਦੀ ਤੇ ਫਿਰ ਕੋਈ ਨਾ ਟੈਸਟੀਫਿਕੇਸ਼ਨ ਹੋਈ ਜਿਹੜਾ ਇਸ ਤੋਂ ਬਾਅਦ ਉਤਰਿਆ। ਇਹ ਇੱਥੋਂ ਤੱਕ ਬਾਅਦ ਗੱਲ ਖਤਮ ਹੋ ਗਈ। ਉਹ ਫਿਰ ਬੜੀ ਉਹ ਉੱਥੇ ਅਜੀਬ ਜਿਹੀ ਸੂਰਤ ਹਾਲ ਬਣ ਗਈ। ਉਹ ਫਿਰ ਮੈਂ ਥੋੜਾ ਇਹਨਾਂ ਵਿੱਚ ਇੰਟਰਪਟ ਕੀਤਾ ਉਹਨਾਂ ਨੂੰ। ਮੈਂ ਉਹ ਭਾਈ ਨਾਲ ਗੱਲ ਕੀਤੀ, ਮੈਂ ਕਿਹਾ ਯਾਰ ਜਿਹੜੀ ਆਇਤ ਹੈ ਕਿ ਅਸੀਂ ਨਾਜ਼ਲ ਕੀਤਾ ਤੇ ਅਸੀਂ ਇਹਦੀ ਹਿਫਾਜ਼ਤ ਕਰਨੇ ਵਾਲੇ ਹਾਂ, ਉਹ ਕੁਰਾਨ ਦੀ ਆਖਰੀ ਆਇਤ ਹੈ? ਆਖੇ ਨਹੀਂ। ਮੈਂ ਕਿਹਾ ਤੇ ਪੂਰੀ ਕੁਰਾਨ ਦੀ ਹਿਫਾਜ਼ਤ ਹੈ ਜਾਂ ਸਿਰਫ ਉਸ ਆਇਤ ਦੀ, ਜਾਂ ਉਸ ਤੋਂ ਪਹਿਲੇ ਵਾਲੀ ਆਇਤਾਂ ਦੀ ਸਿਰਫ ਹਿਫਾਜ਼ਤ ਹੈ? ਮਤਲਬ ਇੱਕ ਅਲਾਮਤਾਂ ਨਹੀਂ ਹੈ ਨਾ ਕਿ ਪੂਰੇ ਕੁਰਾਨ ਦੀ ਹਿਫਾਜ਼ਤ ਦੀ ਗੱਲ ਹੋਈ ਹੈ। ਲੇਕਿਨ ਉਹ ਗੱਲ ਅਮਰ ਸਾਹਿਬ ਦੀ ਠੀਕ ਹੈ ਵੀ ਉਹ ਕੋਈ ਨਹੀਂ ਇਸ ਗੱਲੇ ਚੋਂ ਨਿਕਲ ਕੀ ਜਾਂਦੇ ਨੇ, ਮਤਲਬ ਇੱਕ ਭੌਂਡੀ ਕੋਈ ਨਾ ਕੋਈ
ਐਗਜ਼ਾਮਪਲ ਸਾਹਮਣੇ ਰੱਖ ਦਿੰਦੇ ਨੇ ਜਿਹਦਾ ਕੋਈ ਫਿਰ ਸਿਰ ਪੈਰ ਨਹੀਂ ਹੁੰਦਾ। ਮੇਰੀ ਰਿਕੁਐਸਟ ਹੈ ਅਹਿਮਦ ਅਲੀ ਭਾਈ ਜਿਹੜੇ ਹੋਸਟ ਨੇ ਵੀ ਅਗਰ ਇਸ ਤਰ੍ਹਾਂ ਤੁਸੀਂ ਬਰਾਡ ਕਰਦੇ ਹੋ ਨਾ ਤੇ ਕੋਈ ਇੱਕ ਉਹਦਾ ਹਵਾਲਾ ਲੈ ਕੇ ਨਾ ਤੇ ਵੱਡੀ ਜਿੱਥੇ ਹੁਣ ਮਲਕ ਕੈਸਰ ਸਾਹਿਬ ਨੇ ਨਾ हाँ जी ਇੱਥੇ ਉਹ ਇੱਕ ਤਸਵੀਰ ਲੱਗੀ ਹੋਵੇ ਜਿਹਦੇ 'ਚ ਫਿਰ ਸਾਰੇ ਆ ਕੇ ਗੱਲ ਕਰਨ, ਉਹ ਲਿਖੀ ਹੋਵੇ ਤੇ ਉਹ ਲਿਖੀ ਆਪ ਹੀ ਪੜ੍ਹਨ ਆਪਣੇ ਉਹਦੇ ਆਪਣੇ ਸੋ ਕਾਲ ਨਬੀ ਦੀ ਗੱਲ ਤੇ ਫਿਰ ਆਪ ਹੀ ਉਹਦੇ ਤੇ ਗੱਲ ਕਰਨ, ਫਿਰ ਥੋੜਾ ਜ਼ਿਆਦਾ ਮਜ਼ਾ ਆਏਗਾ ਮੇਰੇ ਖਿਆਲ। ਤੁਸੀਂ ਪਾਕਿਸਤਾਨ ਗੁਜਰਾਤ ਤੋਂ ਹੋ ਨਾ? ਜੀ ਮੰਡੀ ਬਹਾਉਦੀਨ वही ਗੁਜਰਾਤ गुजरात ਦੇ ਨਾਲ ਹੀ। ਜੀ ਜੀ गुजरात ही हो गया मुझे। ਜੀ ਜੀ। ਅਸਾਂ ਇੱਦੇ ਉਹਦੇ ਤੇ ਕੀਤਾ ਕੋਈ ਨਹੀਂ, ਤੁਹਾਨੂੰ ਸਿਆਣਿਆਂ ਨੇ ਵੀ ਤੁਸੀਂ ਮੰਡੀ ਬਾਉਲ ਦਿੰਦੇ ਬਾਈ ਜੀ। मंडी यजमान भी है ना एक, मंडी यजमान। ਹੈਂ मंडी यजमान, ਕਿਹੜੀ ਮੰਡੀ? यजमान ਉੱਥੇ ਕਬੱਡੀ ਦੇ ਪਲੇਅਰ ਬੜੇ ਅੱਛੇ ਨੇ ਮੰਡੀ ਮਲਕ ਦੇ। ਦੀ ਜ਼ੁਬਾਨ ਅਲੱਗ ਹੈ, ਮੰਡੀ ਦੀ ਜ਼ੁਬਾਨ ਤੁਹਾਨੂੰ ਸਮਝ ਵੀ ਆਉਂਦੀ ਹੈ ਨਾ, ਮੰਡੀ ਦੀ ਹੈ ਲੋਕਲ ਮੰਡੀ। ਨਹੀਂ ਨਹੀਂ, ਮੰਡੀ ਦੇ ਕਬੱਡੀ ਦੇ ਪਲੇਅਰ ਬੜੇ ਅੱਛੇ ਨੇ। ਜੀ ਜੀ। ਮੰਡੀਆਂ ਵੀ ਪਤਾ ਨਹੀਂ ਕਿੰਨੀਆਂ ਨੇ। ਕੱਲ ਉੱਥੇ ਪੱਟੀ ਦੀ ਗੱਲ ਕੀਤੀ ਜਿੱਥੇ ਮੁਹੰਮਦੀ ਬੇਗਮ ਵਿਆਹ ਹੋਈ ਸੀ ਤੇ ਅਬਦੁੱਲਾ ਨੇ ਆ ਕੇ ਨਵਾਂ ਇਨਕਸ਼ਾਫ ਕੀਤਾ ਨੇ ਲਾਹੌਰ ਦੇ ਨਾਲ ਕਈ ਪੱਟੀਆਂ ਨੇ। ਤੁਸੀਂ ਇੱਕ ਪੱਟੀ ਦੀ ਗੱਲ ਕਰਦੇ ਹੋ ਤੇ ਕਈ ਪੱਟੀਆਂ। यार अहमद भाई ये शाह जी की आईडी तो नीचे वो ब्लॉक कर दो, फेक आईडी जो है शाह जी की। मंडी यजमान बावलपुर में, हाँ थे है बिल्कुल। मैं कर देता हूँ ब्लॉक भाई जी। सारे आप भाइयों जॉर्जिया में क्या काम करते हैं आप? सर मैं इधर ये है फार्मास्यूटिकल इंडस्ट्री है उसमें जॉब करता हूँ, टिकेडा के नाम की ना, जापानीज बेस्ड है। अच्छा, कितना अर्सा हो गया आपको अमेरिका में? मुझे 3 साल हो गया। अच्छा, जो नए नए हो। जी नहीं एफडीए से सर्टिफाइड है आपकी कंपनी? एफडीए से जी जी सर्टिफाइड है? एफडीए जी बिल्कुल एफडीए सर्टिफाइड, मल्टी नेशनल है, 125 मुल्कों में है ये। माशाल्लाह। तो क्या क्या गेमा गार्ड फार्मास्यूटिकल के अंदर क्या क्या मेडिसिन करती है ये कंपनी? जी गेमा गार्ड मेडिसिन है इनकी, इम्यून सिस्टम के हवाले से इम्यूग्लोबिन बनाते हैं सर, एल्ब्यूमिन भी बनाते हैं। वो होती है ये सीवियर बर्न के इश्यूज के लिए होती है। अच्छा अच्छा। इस ये प्लांट वेरी पे ये गुड। 2 मेडिसिन में तो कभी बनती न्यू हैं। जर्सी वाली साइड पे आए हो, न्यूयॉर्क? ना सर, मुझे मैं जब से अमेरिका में आया हूँ ना इसी स्टेट में, स्टेट से बाहर भी तक नहीं गया। अच्छा, शादी करके आए हो? जी नहीं भाईजान, मैं B1 B2 पे आया था। ਮਲਕ ਸਾਹਿਬ जी जी। ਇਹਨਾਂ ਕੋਲ ਜਿਹੜੀ ਜਲਨ ਵਾਲੀ ਦਵਾਈ ਪੇ ਕਹਿੰਦੇ ਨੇ ਤੇ ਲਵ ਮੁਸਲਮਾਨ ਭਰਾਵਾਂ ਨੂੰ ਦੀ ਹੈ। हाँ ਮੁਸਲਮਾਨ ਭਰਾਵਾਂ ਦੀ ਨਹੀਂ ਲੋੜ, ਜਿਹੜੇ ਨਾਨ ਮੁਸਲਿਮ ਨੇ ਉਹਨਾਂ ਨੂੰ ਲੋੜ ਹੋਏਗੀ। ਇੱਥੇ ਬੜੀ ਲੋੜ ਹੈ ਲੱਭੀ ਨਵੇਂ ਨਵੇਂ जी भाई थोड़ा थोड़ा वेट कर लो, आपको पता चल जाएगा कि किस किस को जरूरत है। ਜਿਹੜੀ ਅੱਖਾਂ ਖੁੱਲਣਗੀਆਂ ਨਾ ਇੱਕਦਮ ਨਹੀਂ ਖੁੱਲਦੀ। ਉਹ ਅੱਛਾ, ਮੈਂ ਸਮਝਦਾ ਜੀ ਹੁਣ ਇਹਨਾਂ ਨਾਲ ਬਹਿਸ ਕਰ ਕਰਕੇ ਮੈਂ ਵੀ ਅੰਦਾਜ਼ਾ ਕੱਢਿਆ ਕਿ ਆਪਸ 'ਚ ਜਿਹੜੀ ਅਸੀਂ ਬਹਿਸ ਕਰਦੇ ਹਾਂ ਕਿ ਉਹਦੀ ਵੈਲਿਊ ਕੋਈ ਨਹੀਂ, ਦੂਸਰੀ ਉਹ ਨਹੀਂ ਕਰਨੀ ਚਾਹੀਦੀ, ਉਹ ਉਸ नहीं ਲੈਵਲ यार, ਦੀ ਨਹੀਂ ਹੈ। ਛੋਟੀਆਂ ਛੋਟੀਆਂ ਚੀਜ਼ਾਂ ਲੈ ਕੇ ਅਸੀਂ इल्म जो है ना बड़ा हासिल होता है। मैंने तो सही जो है ना इस्लाम की तालीमात यकीन करे टिकटॉक से सीखी है ज़्यादा। अच्छा कैदर भाई आप किस जगह से हैं? मैं न्यू जर्सी। अच्छा अच्छा सही है। अच्छा चरस मिल बाकी भी नहीं छोड़ दिया आपने? हाँ मैंने छोड़ दी, पहले मैंने बड़ी चली। मजाक कर रहा हूँ आप। सही है। नहीं नहीं, वाकई मैं सही कह रहा हूँ, मैं वो गलत नहीं कह रहा। मैं पाकिस्तान जब में जो है ना गर्दा पीता था। अच्छा अच्छा, मैं जब शुरू में आया हूँ ना तो इधर ये अटलांटा जो है ना मेन सिटी जॉर्जिया की, उसके साथ एक एरिया ईस्ट पॉइंट, वहाँ पे बहुत ज्यादा मरवाना चलता था ना। वो गैस स्टेशन पे शुरू में पता है काम करता है जब बंदा थोड़ा सा वो हाँ जी हाँ जी हाँ जी। स्ट्रगल पीरियड में होता है तो हाँ यहाँ पे B1 तो B2 के ऊपर आपने कैसे, आपको वहाँ पे काम कैसे करें B1 B2 के ऊपर? छाड़ दो वो नहीं क्वेश्चन नहीं करते। ग्रीन कार्ड हो गया मेरा। ओके, मैं पाकिस्तान गया हुआ था 2 महीने के लिए ना, तकरीबन अक्टूबर में वापस आया हूँ, अगस्त में गया था। केस डालते हैं तो केस डाल के ग्रीन कार्ड आ जाता है। हाँ जी। अच्छा, सही है, मुझे असल में पता नहीं है। वैसे आपका बड़ी जल्दी आ गई, ये बड़ी हैरानगी की बात। हाँ जी, वो मैंने वीडियो डाली 18 माह में आया है अल्हम्दुलिल्लाह। अल्लाह का शुक्र है, बंदे का इसमें कोई नहीं है, कोई मतलब नहीं, स्मार्टनेस वाला कोई नहीं है, बस अल्लाह की तरफ से जब मदद हो जाए।
कोई शक ये स्मार्टनेस थोड़ी है आपने पहचान ली है कि मदद अल्लाह की तरफ से आती है। इससे बड़ी स्मार्टनेस क्या होगी इंसान की? ये भी सही बात आपने की है। ये उसका फजल नहीं होता कि बंदा ये बात समझ जाता है। ऐसा ही है, बिल्कुल सही बात है। वरना जो ज्यादा समझ जाता है वो कौन सी बैठ मेडिसिन जाता है है। आपकी? जी बर्निंग के अलावा और कौन सी मेडिसिन है? इस प्लांट के ऊपर सिर्फ 2 ही मेडिसिन बना रहे हैं, एक बर्निंग वाली और एक इम्यून सिस्टम स्ट्रांग करने वाली। सही है। और ये दोनों आपकी सप्लाई 134 कंट्रीज में आपने बताया सप्लाई है? नहीं सप्लाई 134 कंट्रीज में नहीं है, 124 कंट्रीज में प्लांट है इसके। सब प्लांट है इनके? हाँ जी, हम जो इधर मेडिसिन बनाते हैं वो टेस्ट होने के लिए यूरोप जाती है। ठीक है। और ये वैसे जापानीज मेड है, 250 साल पुरानी कंपनी है ये। नहीं तो 124 मुल्कों में इसके प्लांट है, मतलब इसकी मैन्युफैक्चरिंग 124 मुल्कों में हो रही है? जी 124 मुल्कों में हो रही है। अमेरिका में भी 3-4 जगह पे प्लांट है डिफरेंट। कुछ हमारा भी जो अल्ब्यूमिन है ना वो मैन्युफैक्चर इधर हो रहा है, लेकिन पैकेजिंग के लिए वो किसी और स्टेट में जाता है। पाकिस्तान में आ रही है इनकी मेडिसिन? ये मुझे कंफर्म कोई नहीं है, चेक करना पड़ेगा। मैं भी इस कंपनी में भी नहीं हूँ, मुझे तो अभी 2 माह हुए हैं। मैं भी उसमें हूँ, ट्रेनिंग में ही हूँ। सही है, सही, ठीक है। अभी पाकिस्तान से वापस आके इधर अप्लाई किया था तो अल्लाह का शुक्र है जॉब हो गई थी। चलें भाई आपके टाइम का बहुत बहुत शुक्रिया जी। एफडी से सेटिस्फाइड है? अभी पिछले दिनों इधर इनका एफडी की हुआ है। सर्टिफिकेशन बड़ी टफ है भाई। हाँ जी, अभी उन्होंने सरप्राइज 2 साल बाद सरप्राइज विजिट किया है। हमारी जॉर्जिया स्टेट में नॉर्मली बर्फ नहीं पड़ती, बहुत ज़्यादा बर्फ पड़ी थी ना उस दिन। सब लोग तकरीबन 50% एम्प्लॉयज जो थे वो ऑफ पे थे, तो एफडीए ने आ गए, वो ऑडिट शुरू कर दिया उन्होंने। फिर 4 से 5 दिन रहे हैं, लेकिन सब क्लियर कर गए। अच्छा भाईजान, आपके टाइम देने का बहुत बहुत शुक्रिया। फिर इंशाल्लाह किसी दिन होगी बात। अभी ब्रेक का टाइम खत्म हो रहा है, तो जज़ाकल्लाह, फी अमान अल्लाह, अल्लाह हाफिज़। मलक साहब कोई तज़किरे दा सुनावो, कोई ख्वाब हो। मिर्जा साहब दा ज़ाहिर तज़किरे च होई ना, और कौन है। अच्छा मैच हार गए ने, मैनू बड़ा गुस्सा चढ़िया था यार। अच्छा मलक ओ जी पता पहला यार कौन करो ना इन्हें मैच लगे तो टाइम पास करा करो बस, इन्हें हारना ही होता। मलक जी ਤੁਸੀਂ ਨਿਊ ਜਰਸੀ ਹੁੰਦੇ ਹੋ? हाँ जी ਠੀਕ। ਜਰਸੀ ਵਾਲੇ ਕਿੱਥੇ ਹੁੰਦੇ ਨੇ ਮਤਲਬ ਭਾਈ? ਨਿਊ ਜਰਸੀ ਫੈਮਿਲੀ ਇਹ ਤਾਂ ਬਸ ਕਿਹਾ ਕਿ ਨਿਊ ਜਰਸੀ ਦਾ ਨਾਂ ਲਿਆ ਜੇ ਤੇ ਮੈਂ ਚੌਂਕ ਗਿਆ ਰੋਟੀ ਖਾਂਦੇ ਆ। फैमिली है पूरी है। ਮੇਰੀ ਫੁੱਫੋ ਹੀ ਉੱਥੇ ਤੇ ਨਾਲ ਉਹਦਾ ਬੇਟਾ, ਉਹ ਵੀ ਨਿਊ ਜਰਸੀ ਨੇ। ਉਹ ਵੀ ਨਿਊ ਜਰਸੀ ਨੇ, ਲੇਕਿਨ ਮੈਂ ਉਹਨੂੰ ਪੁੱਛਣਾ, ਤੁਸੀਂ ਤੁਹਾਡਾ ਪਤਾ ਲੱਗ ਗਿਆ ਹੁਣ ਮੈਂ ਪੁੱਛਣਾ ਵੀ ਨਿਊ ਜਰਸੀ ਕਿਹੜਾ ਏਰੀਆ ਵੇ? हाँ नॉर्थ साउथ सेंट्रल त्रै दी। ਉਹ ਬੈਂਕ ਦੀ ਜੌਬ ਜੀ, ਉਹ ਬੈਂਕ ਹੀ ਜੌਬ ਕਰਦਾ ਜੇ। ਉੱਥੇ ਹੀ ਉਹਨੇ ਉੱਥੇ ਹੀ MBA ਕੀਤਾ ਹਸੂ। ਉਹ ਮੈਂ 35 ਸਾਲ ਹੋ ਗਏ ਨੇ ਉੱਥੇ। अच्छा तो बड़े पुराने ने थे ਜੀ ਆ ਉਹਨੇ जी। सैयद साहब education सलाम भी अपनी अलैकुम। ਉੱਥੇ ही ਕੀਤੀ ਸੀ। अस्सलाम वरहमतुल्लाहि वबरकातुहू। अभी आपकी एक फेक आईडी फेरी थी तो इसलिए मैंने कहा चलो पूछ लें। हाँ ने फेक आइडियाँ बड़ी बना रही हैं जनाब कादियानियों ने। आपकी फेक आइडियाँ बनाते हैं। सियालवी साहब की भी 1-2 बनाई है, मेरी भी बनाई। आप हवाले तो पेश करते हैं तो। जी अवैध साहब क्या हाल है? अस्सलाम वालेकुम। वालेकुम सलाम सर जी, आप सुनाएं, आप कैसे हैं? दुआएं। भट्ट साहब की जुर्रत देखी, बाद में जब आप चले गए तो फिर आए। देखिए जी, वो अवैध साहब उनके पास जवाब नहीं था, उन्होंने मेरी बात को कबूल भी कर लिया। यानी बेशर्मी की इंतहा देखिए, एक घुट्टी में झूठ है। बाद में आकर कहते जी अवैध साहब देखें, उन्होंने मेरी बात को मान भी लिया, क्योंकि उनके पास दलील होती तो फिर वो मेरी, उन्होंने कहा जी लॉजिक भी, उनको लॉजिक से भी बात नहीं की। इतनी ढिठाई के साथ ये लोग झूठ बोलते हैं, अल्लाह की पनाह। असल में वो शाहजी उनके पास कहने को है तो कुछ नहीं। मैं इसलिए ना असल में आयत के ऊपर ही खड़ा रहा हूँ, मैं उससे आयत से ना हिल नहीं रहा था।
تو میں چاہ رہا تھا کہ میں ہلوں بھی نہ اور میں اس کو بتا دوں کہ وہ کوئی آیت پیش کر ہی نہیں رہا، کیونکہ یہ جھوٹ یہی بولتا ہے کہ میں آیتیں پیش کرتا ہوں، میں آیتیں پیش کرتا ہوں. تو میں اس لیے میں اپنی بات پہ کھڑا رہا ہوں کہ میں نے کہا میں اس آیت پہ ہی کھڑا ہوں. تو دیکھیں ویسا بنیادی بات یہ قادیانیوں سے پہلا سوال یہ ہے کہ جس انداز میں حضور علیہ الصلوۃ والسلام سے پہلے نبوت ملتی ہے، رسول بنتے ہیں، کیا وہی اصول آگے ہے، وہی کنٹینیو ہے؟ یہ پہلا بنیادی سوال ہے. تو قادیانی نبوت کی قسم ہی بدلتے ہیں، پہلی نبوت کی قسم اور نبی پاک صلی اللہ علیہ وسلم کے بعد اور. تو پھر آپ پچھلی بات کو آئندہ کے لیے کس طرح قیاس کر سکتے ہیں؟ یا تو وہی آپ رکھیں نا اصول اور ضابطہ. تو یہ بنیادی بات ہی. پھر اس آیت میں دیکھیے کہ آپ نے جو بتایا کہ النبیون وہاں پہ ہے، یحکم بہ النبیون، لیکن اس کے بعد تو کوئی نہیں سلسلہ. تو اب یہ قرآن سے بھاگتے ہیں یہ قادیانی. تو میں اس لیے کہا کرتا ہوں کہ قادیانی قرآن پاک میں قادیانیت مائنس ہے. تو میں اس لیے میں تو ان قادیانیوں سے حاضر ہوں قرآن پاک کی کسی آیت پر کب کہاں جہاں چاہیں بات کرنے. سیال جنگ بھیا ہے، سیال بھیا نا جو ہوتے احمد بھائی. یار سیال بھائی کو لے سکتے ہیں، ایک جگہ مل سکتی ہے کوئی ہے، کام نہ کرو. سیال بھائی ایک منٹ آنا ذرا اوپر یار، آپ سے السلام علیکم. وعلیکم السلام. ضیاء بھائی بیٹھے ہوئے نیچے. شاہ جی تو چلے گئے. یہ لو، وہ کہہ رہے ہیں شاہ صاحب نے جھوٹ بولا ہے میرے بارے میں، بٹی صاحب سے پوچھ لیں. بٹی صاحب کدھر ہیں؟ براڈ رپورٹ ہو رہی ہے یار، کون کر رہا ہے براڈ رپورٹ؟ ڈبل ٹیپ کریں یار بھائی سب لوگ. یار سب لوگ جو بیٹھے ہوئے ہیں ڈبل ٹیپ کریں اور کمنٹس پاس کریں نیچے پلیز. سب لوگ ڈبل ٹیپ کریں پلیز. ٹھیک ہے زین بھائی، اگر آپ کہہ رہے ہیں تو میں پوچھ لیتا ہوں شادی سے. وہ یار کیسے بھائی آپ بھی لائک نہیں کر رہے، خالد بھائی آپ بھی لائک نہیں کر رہے، عامر ایسا آپ بھی لائک نہیں کر رہے یار. میں نے ایک ساتھ 500 کی ہے. اچھا ٹھیک ہے. اچھا سیال بھائی کیسے ہیں آپ، خیریت سے ہیں؟ اچھا یار ڈبل ٹیپ کرنا کوئی چھوڑے نا پلیز ابھی تھوڑی دیر کے لیے نا. ابھی 9.8 ہوا ہے، اس کو رکھے ذرا 15,000 کے اوپر، آگے پھر چھوڑیں گے 15-18 ہزار کے اوپر. اچھا سیال بھائی آپ ہیں یہاں پہ؟ سیال بھائی بٹ مرزا دی ہے صرف مرزا جی صاحب محترم کے موجود ساتھ ہوں گل میں، کرنے تو والے ٹھیک ہے. وہی ٹیپ ٹیپ کر رہے ہیں، اے قرآن زور پاک نہ لگا رہے ہیں لے ٹیپ کے ٹیپ پر پڑھنا بھائی. آمدہ نہیں کہ تو قرآن پاک لائے ہوندا ہے. چلیں اس سے سیال پہلے بھائی. یاد پڑھ کے سنا سی ایک باری تینوں پڑھنا آمدہ ہے. مرزا غلام آپ دی کتاباں تے اردو گل کریا کرنی ہے تے ایویں اتنے بھی کوئی دکان کھول کے بیٹھے ہونا فضول انسان.
ਜ਼ਿਆ ਭਾਈ ਨੇ ਚੁੱਕ ਲਓ ਯਾਰ, ਜ਼ਿਆ ਭਾਈ ਨੇ ਚੁੱਕੋ ਥੱਲੋਂ, ਇੱਕ ਮਿੰਟ ਠਹਿਰੋ, ਕਿੱਥੇ ਗਏ ਨੇ ਜ਼ਿਆ ਭਾਈ? ਥੱਲੇ ਨੇ। अस्सलाम वालेकुम। ਵਾਲੇਕੁਮ ਅਸਲਾਮ, ਉਹ ਤੁਸੀਂ ਤੇ ਉੱਤੇ ਵੀ ਆ ਗਏ ਜੇ। हाँ जी, क्या